ਐਲੀ ਵੀਜ਼ਲ ਦਾ ਲਿਖਿਆ ਗੁਰਚਰਨ ਸਿੰਘ ਜੈਤੋ ਦਾ ਅਨੁਵਾਦਿਤ ਨਾਵਲ ਹੈ ਰਾਤ। ਅਗਲਾ ਅੰਗ। ਜਦੋਂ ਮੁੜ ਕੇ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਸੁਨਹਿਰੀ ਘੜੇ ਬਦਲੇ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਇਹ ਸਾਡਾ ਆਖਰੀ ਸਟੇਸ਼ਨ ਸੀ। ਅਸੀਂ ਇੱਥੇ ਉਤਰ ਜਾਵਾਂਗੇ। ਇੱਥੇ ਮਜ਼ਦੂਰੀ ਕਰਨ ਵਾਲਾ ਕੈਂਪ ਸੀ। ਹਾਲਾਤ ਠੀਕ ਹੀ ਸਨ। ਪਰਿਵਾਰਾਂ ਨੂੰ ਵੱਖਰਾ ਨਹੀਂ ਕੀਤਾ ਜਾਏਗਾ। ਸਿਰਫ ਜਵਾਨਾਂ ਨੂੰ ਹੀ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਜਾਣਾ ਪਏਗਾ। ਬਜ਼ੁਰਗ ਤੇ ਅਪਾਹਜ ਲੋਕਾਂ ਨੂੰ ਖੇਤਾਂ 'ਚ ਕੰਮ ਕਰਨਾ ਪਏਗਾ। ਸਾਡੇ ਸਵੈ ਵਿਸ਼ਵਾਸ ਦਾ ਪਾਰਾ ਉੱਪਰ ਚੜ ਰਿਹਾ ਸੀ। ਹੁਣ ਸਾਨੂੰ ਕੁਝ ਪਹਿਲੀਆਂ ਰਾਤਾਂ ਵਾਲੇ ਆਤੰਕੀ ਡਰ ਤੋਂ ਕੁਝ ਰਾਹਤ ਮਿਲ ਰਹੀ ਸੀ। ਅਸੀਂ ਰੱਬ ਦਾ ਸ਼ੁਕਰ ਕਰਨ ਲੱਗ ਪਏ ਸਾਂ। ਮੈਡਮ ਸ਼ੈਚਟਰ ਆਪਣੇ ਖੂੰਜੇ 'ਚ ਬੈਠੀ ਹੋਈ ਸੀ, ਥੱਕੀ ਟੁੱਟੀ ਹੋਈ, ਚੁੱਪ। ਉਹਨੂੰ ਸਵੈ ਵਿਸ਼ਵਾਸ ਨਾਲ ਕੋਈ ਸਰੋਕਾਰ ਨਹੀਂ ਸੀ। ਉਹਦਾ ਛੋਟਾ ਮੁੰਡਾ ਉਹਦੇ ਹੱਥ ਤੇ ਆਪਣਾ ਹੱਥ ਫੇਰੀ ਜਾਂਦਾ ਸੀ। ਰਾਤ ਪੈਣ ਵਾਲੀ ਹੋ ਗਈ ਸੀ। ਡੱਬੇ ਅੰਦਰ ਹਨੇਰਾ ਹੋ ਗਿਆ ਸੀ। ਅਸੀਂ ਬਚਿਆ ਖੁਚਿਆ ਖਾਣਾ ਖਾਣ ਲੱਗ ਪਏ। ਰਾਤ ਨੂੰ ਕੋਈ 10 ਕੁ ਵਜੇ ਹਰ ਕੋਈ ਆਪਣੇ ਆਰਾਮ ਕਰਨ ਲਈ ਆਪਣੀ ਥਾਂ ਲੱਭ ਰਹੇ ਸਨ ਤਾਂ ਕਿ ਕੁਝ ਸੌਂ ਸਕੀਏ ਜਾਂ ਆਰਾਮ ਕਰ ਸਕੀਏ। ਤੇ ਛੇਤੀ ਅਸੀਂ ਸਾਰੇ ਉਂਘ ਰਹੇ ਸਾਂ ਕਿ ਅਚਾਨਕ ਅੱਗ ਭੱਠੀ, ਉਹ ਦੇਖੋ। ਉਹਦੀ ਚੀਕ ਨੇ ਸਾਨੂੰ ਡਰਾ ਦਿੱਤਾ ਸੀ। ਅਸੀਂ ਖਿੜਕੀ ਦੇ ਨੇੜੇ ਪਹੁੰਚ ਗਏ। ਅਸੀਂ ਇੱਕ ਵਾਰੀ ਫੇਰ ਉਹਦਾ ਇਤਬਾਰ ਕਰ ਲਿਆ ਸੀ, ਭਾਵੇਂ ਇੱਕ ਪਲ ਲਈ ਸਹੀ, ਪਰ ਬਾਹਰ ਤਾਂ ਹਨੇਰਾ ਹੀ ਸੀ। ਰਾਤ ਦਾ ਹਨੇਰਾ ਹੀ ਬਾਹਰ ਪਸਰਿਆ ਹੋਇਆ ਸੀ। ਅਸੀਂ ਸ਼ਰਮਸਾਰ ਹੋ ਕੇ ਆਪੋ ਆਪਣੀ ਥਾਂ ਪਰਤ ਗਏ ਸਾਂ। ਸਾਨੂੰ ਸਾਡਾ ਆਪਣਾ ਫਿਕਰ ਵੱਡ ਖਾ ਰਿਹਾ ਸੀ। ਉਹਦੀਆਂ ਚੀਕਾਂ ਅਜੇ ਵੀ ਕਾਇਮ ਸਨ। ਉਹਨਾਂ ਨੇ ਫੇਰ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ। ਬੜੀ ਮੁਸ਼ਕਿਲ ਨਾਲ ਉਹਨਾਂ ਨੇ ਉਹਨੂੰ ਚੁੱਪ ਕਰਾਇਆ ਸੀ। ਸਾਡੇ ਡੱਬੇ ਦੇ ਇੰਚਾਰਜ ਨੇ ਉਸ ਜਰਮਨ ਅਫਸਰ ਨੂੰ ਬੁਲਾਇਆ ਜਿਹੜਾ ਉਸ ਵੇਲੇ ਸਟੇਸ਼ਨ ਦੇ ਪਲੇਟਫਾਰਮ ਤੇ ਘੁੰਮ ਰਿਹਾ ਸੀ। ਉਹਨੇ ਦੱਸਿਆ ਕਿ ਮੈਡਮ ਸ਼ੈਚਟਰ ਨੂੰ ਹਸਪਤਾਲ ਵਾਲੇ ਡੱਬੇ 'ਚ ਲਿਜਾਣਾ ਜ਼ਰੂਰੀ ਸੀ। ਤੁਸੀਂ ਸਬਰ ਰੱਖੋ, ਜਰਮਨ ਨੇ ਜਵਾਬ ਦਿੱਤਾ। ਉਹਨੂੰ ਜਲਦੀ ਹੀ ਉੱਥੇ ਲਿਜਾਇਆ ਜਾਏਗਾ। ਕੋਈ 11 ਕੁ ਵਜੇ ਰਾਤ ਨੂੰ ਗੱਡੀ ਨੇ ਚੱਲਣਾ ਸ਼ੁਰੂ ਕਰ ਦਿੱਤਾ। ਅਸੀਂ ਖਿੜਕੀਆਂ ਕੋਲ ਪਹੁੰਚ ਗਏ। ਗੱਡੀ ਹੌਲੀ ਹੌਲੀ ਚੱਲ ਰਹੀ ਸੀ। ਕੋਈ 15-20 ਮਿੰਟਾਂ ਪਿੱਛੋਂ ਉਹਦੀ ਰਫ਼ਤਾਰ ਘੱਟ ਹੋ ਗਈ। ਅਸੀਂ ਖਿੜਕੀ ਵਿੱਚੋਂ ਕੰਡਿਆਲੀ ਤਾਰ ਦੇਖ ਰਹੇ ਸਾਂ। ਸਾਨੂੰ ਅਹਿਸਾਸ ਹੋਇਆ ਕਿ ਇਹੋ ਕੈਂਪ ਹੋਏਗਾ। ਅਸੀਂ ਮੈਡਮ ਸ਼ੈਚਟਰ ਦੀ ਹੋਂਦ ਭੁੱਲ ਚੁੱਕੇ ਸਾਂ। ਅਚਾਨਕ ਅਸੀਂ ਫਿਰ ਚੀਕਾਂ ਸੁਣੀਆਂ, ਓਏ ਯਹੂਦੀਓ, ਖਿੜਕੀਆਂ ਤੋਂ ਬਾਹਰ ਦੇਖੋ, ਅੱਗ ਦੇ ਭਾਂਬੜ ਦੇਖੋ। ਤੇ ਗੱਡੀ ਰੁਕ ਗਈ। ਇਸ ਵਾਰੀ ਅਸੀਂ ਦੇਖਿਆ ਕਿ ਇੱਕ ਲੰਮੀ ਚਿਮਨੀ ਵਿੱਚੋਂ ਅੱਗ ਦੀਆਂ ਲਾਟਾਂ ਬਾਹਰ ਨਿਕਲ ਰਹੀਆਂ ਸਨ, ਜਿਹੜੀਆਂ ਚਿਮਨੀ ਵਿੱਚੋਂ ਬਾਹਰ ਕਾਲੇ ਆਕਾਸ਼ ਵੱਲ ਜਾ ਰਹੀਆਂ ਸਨ। ਮੈਡਮ ਸ਼ੈਚਟਰ ਹੁਣ ਚੁੱਪ ਹੋ ਗਈ ਸੀ। ਇੱਕ ਵਾਰੀ ਫੇਰ ਉਹਨੂੰ ਸਕਤਾ ਮਾਰ ਗਿਆ ਸੀ। ਬੇਜ਼ਾਰ, ਗੈਰ ਹਾਜ਼ਰ, ਤੇ ਉਹ ਆਪਣੇ ਖੂੰਜੇ ਵੱਲ ਪਰਤ ਗਈ ਸੀ। ਅਚਾਨਕ ਸਾਡੇ ਡੱਬੇ ਦੇ ਬੂਹੇ ਖੁੱਲੇ। ਕੁਛ ਅਜੀਬ ਜਿਹੇ ਲੋਕ ਡੱਬੇ ਦੇ ਅੰਦਰ ਆ ਗਏ। ਉਹਨਾਂ ਨੇ ਧਾਰੀਦਾਰ ਕਮੀਜ਼ਾਂ ਪਾਈਆਂ ਹੋਈਆਂ ਸਨ ਤੇ ਕਾਲੇ ਰੰਗ ਦੇ ਪਜਾਮੇ ਪਾਏ ਸਨ। ਹੱਥਾਂ 'ਚ ਉਹਨਾਂ ਦੇ ਬਿਜਲੀ ਵਾਲੀਆਂ ਬੈਟਰੀਆਂ ਸਨ ਤੇ ਦੂਜੇ ਹੱਥ ਵਿੱਚ ਡੰਡੇ ਸਨ। ਆਉਣ ਸਾਰੀ ਉਹਨਾਂ ਨੇ ਖੱਬੇ ਸੱਜੇ ਸਾਰਿਆਂ ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਚੀਕ ਰਹੇ ਸਨ, ਸਾਰੇ ਬਾਹਰ ਨਿਕਲੋ, ਸਾਰੇ ਡੱਬੇ 'ਚੋਂ ਬਾਹਰ ਨਿਕਲੋ, ਜਲਦੀ। ਅਸੀਂ ਬਾਹਰ ਛਾਲਾਂ ਮਾਰ ਦਿੱਤੀਆਂ। ਮੈਂ ਆਖਰੀ ਵਾਰ ਮੈਡਮ ਸ਼ੈਚਟਰ ਵੱਲ ਦੇਖਿਆ। ਉਹਦਾ ਛੋਟਾ ਬੱਚਾ ਉਹਦਾ ਹੱਥ ਫੜੀ ਬੈਠਾ ਸੀ। ਸਾਡੇ ਸਾਹਮਣੇ ਅੱਗ ਦੇ ਭਾਂਬੜ ਮੱਚ ਰਹੇ ਸਨ। ਹਵਾ ਵਿੱਚੋਂ ਮਨੁੱਖੀ ਚਮੜੇ ਦੀ ਸੜਿਆਂਦ ਆ ਰਹੀ ਸੀ। ਕੋਈ ਅੱਧੀ ਰਾਤ ਦਾ ਸਮਾਂ ਹੋਏਗਾ। ਅਸੀਂ ਬਿਰਕਨਾਓ ਪਹੁੰਚ ਗਏ ਸਾਂ। ਇੱਥੇ ਔਸਵਿਟਜ਼ ਲਈ ਸਵਾਗਤ ਸੈਂਟਰ ਸੀ। ਜਿਹੜੀਆਂ ਮਨਪਸੰਦ ਅਸੀਂ ਚੀਜ਼ਾਂ ਵਸਤਾਂ ਨਾਲ ਲਿਆਏ ਸਾਂ ਉਹ ਗੱਡੀ ਵਿੱਚ ਹੀ ਰਹਿ ਗਈਆਂ ਸਨ। ਨਾਲ ਹੀ ਸਾਡੇ ਭੁਲੇਖੇ ਪਿੱਛੇ ਰਹਿ ਗਏ ਸਨ। ਹਰ 2 ਗਜ਼ ਦੀ ਵਿੱਥ ਤੇ ਜਰਮਨ ਫੌਜੀ ਸਾਡੇ ਵੱਲ ਆਪਣੀਆਂ ਟੌਮੀ ਗੰਨਾਂ ਤਾਇਨਾਤ ਕਰੀ ਖੜੇ ਸਨ। ਅਸੀਂ ਇੱਕ ਦੂਜੇ ਦਾ ਹੱਥ ਫੜ ਭੀੜ ਦੇ ਪਿੱਛੇ ਪਿੱਛੇ ਤੁਰ ਰਹੇ ਸਾਂ। ਇੱਕ ਜਰਮਨ ਫੌਜੀ ਜਵਾਨ ਜਿਹਾ ਮੁੰਡਾ, ਜਿਹੜਾ ਅਜੇ ਪੂਰਾ ਅਫਸਰ ਨਹੀਂ ਸੀ ਬਣਿਆ, ਹੱਥ 'ਚ ਡੰਡਾ ਲਈ ਸਾਡੇ ਕੋਲ ਪਹੁੰਚ ਗਿਆ। ਉਹਨੇ ਹੁਕਮ ਕੀਤਾ, ਮਰਦ ਖੱਬੇ, ਔਰਤਾਂ ਸੱਜੇ। 4 ਸ਼ਬਦ ਬੜੀ ਧੀਮੀ ਜਿਹੀ ਆਵਾਜ਼ 'ਚ ਬੋਲੇ ਗਏ, ਲਾਗ ਲਪੇਟ ਤੋਂ ਬਿਨਾਂ ਕਿਸੇ ਭਾਵਨਾ ਤੋਂ। 4 ਸਿੱਧੇ ਸਾਦੇ ਸ਼ਬਦ। ਫਿਰ ਉਹ ਜਿਹਾ ਪਲ ਵੀ ਸੀ ਜਦੋਂ ਮੈਂ ਆਪਣੀ ਮਾਂ ਤੋਂ ਵੱਖ ਹੋ ਗਿਆ ਸਾਂ। ਮੈਨੂੰ ਪਾਣੀ ਦੀ ਘੁੱਟ ਪੀਣ ਦਾ ਸਮਾਂ ਵੀ ਨਹੀਂ ਸੀ ਮਿਲਿਆ। ਪਰ ਉਸ ਵੇਲੇ ਮੈਂ ਆਪਣੇ ਪਿਤਾ ਜੀ ਦੇ ਹੱਥ ਦਾ ਦਬਾਅ ਮਹਿਸੂਸ ਕਰ ਰਿਹਾ ਸਾਂ।
ਅਸੀਂ ਦੋਵੇਂ ਇਕੱਲੇ ਰਹਿ ਗਏ ਸਾਂ। ਕੁਝ ਸਕਿੰਟਾਂ ਲਈ ਮੈਂ ਮੇਰੀ ਮਾਂ ਤੇ ਆਪਣੀਆਂ ਭੈਣਾਂ ਨੂੰ ਸੱਜੇ ਪਾਸੇ ਜਾਂਦਿਆਂ ਦੇਖ ਰਿਹਾ ਸਾਂ। ਸਿਪੋਰਾ ਨੇ ਮਾਂ ਦਾ ਹੱਥ ਫੜਿਆ ਹੋਇਆ ਸੀ। ਮੈਂ ਉਹਨਾਂ ਨੂੰ ਦੂਰ ਜਾਂਦਾ ਵੇਖ ਰਿਹਾ ਸਾਂ। ਮੇਰੀ ਮਾਂ ਮੇਰੀ ਭੈਣ ਦੇ ਕੱਕੇ ਵਾਲਾਂ ਤੇ ਹੱਥ ਫੇਰ ਰਹੀ ਸੀ, ਜਿਵੇਂ ਉਹਨੂੰ ਬਚਾ ਕੇ ਰੱਖ ਰਹੀ ਹੋਵੇ। ਮੈਂ ਆਪਣੇ ਪਿਤਾ ਨਾਲ ਤੇ ਬਾਕੀ ਦੇ ਮਰਦਾਂ ਨਾਲ ਤੁਰ ਰਿਹਾ ਸਾਂ। ਮੈਨੂੰ ਇਹ ਬਿਲਕੁਲ ਵੀ ਪਤਾ ਨਹੀਂ ਸੀ ਕਿ ਮੈਂ ਆਪਣੀ ਮਾਂ ਤੇ ਆਪਣੀਆਂ ਭੈਣਾਂ ਤੋਂ ਹਮੇਸ਼ਾ ਲਈ ਵਿਛੜ ਰਿਹਾ ਸਾਂ। ਮੈਂ ਤੁਰਦਾ ਰਿਹਾ। ਮੇਰੇ ਪਿਤਾ ਜੀ ਨੇ ਮੇਰਾ ਹੱਥ ਫੜਿਆ ਹੋਇਆ ਸੀ। ਮੇਰੇ ਪਿੱਛੇ ਇੱਕ ਬਜ਼ੁਰਗ ਹੇਠਾਂ ਡਿੱਗ ਪਿਆ ਸੀ। ਉਹਦੇ ਨੇੜੇ ਇੱਕ ਜਰਮਨ ਫੌਜੀ ਹੁਣੇ-ਹੁਣੇ ਇੱਕ ਪਿਸਤੌਲ ਆਪਣੀ ਡੱਬ 'ਚ ਪਾ ਰਿਹਾ ਸੀ। ਮੇਰਾ ਹੱਥ ਖਿਸਕ ਕੇ ਆਪਣੇ ਪਿਤਾ ਦੀ ਬਾਂਹ ਤੇ ਜਾ ਪਿਆ ਸੀ। ਉਸ ਵੇਲੇ ਮੈਂ ਸਿਰਫ ਇੱਕੋ ਹੀ ਗੱਲ ਸੋਚ ਰਿਹਾ ਸਾਂ, ਮੈਂ ਕਦੇ ਵੀ ਉਹ ਤੋਂ ਦੂਰ ਨਹੀਂ ਜਾਵਾਂਗਾ ਤੇ ਮੈਂ ਕਦੇ ਵੀ ਇਕੱਲਾ ਨਹੀਂ ਰਹਾਂਗਾ। ਜਰਮਨ ਅਫਸਰ ਨੇ ਹੁਕਮ ਕੀਤਾ, 5-5 ਦੀ ਲਾਈਨ ਵਿੱਚ। ਘਬਰਾਹਟ, ਭਾਵੇਂ ਕੁਝ ਵੀ ਹੋ ਜਾਏ, ਅਸੀਂ ਹੁਣ ਇਕੱਠੇ ਹੀ ਰਹਾਂਗੇ। ਓਏ ਮੁੰਡਿਆ, ਤੂੰ ਕਿੰਨੇ ਸਾਲ ਦਾ ਹੈ? ਉਹ ਕੈਦੀਆਂ ਚੋਂ ਇੱਕ ਹੀ ਸੀ ਜਿਹਨੇ ਮੈਨੂੰ ਇਹ ਸਵਾਲ ਪੁੱਛਿਆ ਸੀ। ਮੈਂ ਉਹਦਾ ਚਿਹਰਾ ਨਹੀਂ ਸੀ ਦੇਖ ਸਕਿਆ। ਉਹਦੀ ਆਵਾਜ਼ ਤਣੀ ਹੋਈ ਤੇ ਥੱਕੀ ਹੋਈ ਸੀ। ਮੈਂ ਅਜੇ 15 ਦਾ ਨਹੀਂ ਹੋਇਆ। ਨਹੀਂ 18, ਪਰ ਮੈਂ ਨਹੀਂ ਹਾਂ। ਮੈਂ ਕਿਹਾ 15। ਉਹ ਬੇਵਕੂਫਾ, ਸੁਣ ਮੈਂ ਜੋ ਕਹਿਣਾ। ਫਿਰ ਉਹਨੇ ਮੇਰੇ ਪਿਤਾ ਜੀ ਨੂੰ ਸਵਾਲ ਕੀਤਾ, 50 ਸਾਲ? ਉਹ ਬੰਦਾ ਬਹੁਤ ਗੁੱਸੇ 'ਚ ਆ ਗਿਆ। 50 ਨਹੀਂ 40, ਕੀ ਤੈਨੂੰ ਕੋਈ ਸਮਝ ਹੈ ਵੀ ਕਿ ਨਹੀਂ? 18 ਤੇ 40। ਤੇ ਉਹ ਇਹ ਆਖ ਕੇ ਰਾਤ ਦੇ ਹਨੇਰੇ 'ਚ ਚਲਾ ਗਿਆ। ਇੱਕ ਹੋਰ ਬੰਦਾ ਸਾਡੇ ਵੱਲ ਆਇਆ। ਉਹ ਸਾਨੂੰ ਬਹੁਤ ਬੁਰਾ ਭਲਾ ਕਹਿ ਰਿਹਾ ਸੀ ਤੇ ਗਾਲਾਂ ਕੱਢ ਰਿਹਾ ਸੀ। ਤੁਸੀਂ ਇੱਥੇ ਲੈਣ ਕੀ ਆਏ ਹੋ? ਉਹ ਇੱਕ ਕੁੱਤੀ ਦੇ ਪੁੱਤਰੋ, ਤੁਸੀਂ ਇੱਥੇ ਕਰ ਕੀ ਰਹੇ ਹੋ? ਹੈ? ਕਿਸੇ ਨੇ ਉਹਨੂੰ ਜਵਾਬ ਦੇਣ ਦੀ ਹਿੰਮਤ ਨਹੀਂ ਕੀਤੀ। ਤੂੰ ਕੀ ਸੋਚਦਾ? ਤੈਨੂੰ ਕੀ ਲੱਗਦਾ ਕਿ ਅਸੀਂ ਬੜੀ ਖੁਸ਼ੀ ਨਾਲ ਇੱਥੇ ਆਏ ਹਾਂ? ਤੂੰ ਕੀ ਸੋਚਦਾ ਵੀ ਅਸੀਂ ਆਪ ਇੱਥੇ ਆਉਣ ਲਈ ਕਿਹਾ ਸੀ? ਥੋੜਾ ਜਿਹਾ ਚਿਰ ਹੋਰ ਇਹ ਤਕਰਾਰ ਹੋਈ ਹੁੰਦੀ ਤਾਂ ਉਸ ਬੰਦੇ ਨੇ ਤਾਂ ਅਗਲੇ ਨੂੰ ਜਾਨੋਂ ਹੀ ਮਾਰ ਦੇਣਾ ਸੀ। ਓਏ, ਤੂੰ ਆਪਣਾ ਮੂੰਹ ਬੰਦ ਰੱਖ, ਸੂਰ ਦੀ ਔਲਾਦ। ਮੈਂ ਤੈਨੂੰ ਹੁਣੇ ਪਾਰ ਬੁਲਾਵਾਂ? ਇੱਥੇ ਆਉਣ ਦੀ ਬਜਾਏ ਜਿੱਥੇ ਵੀ ਤੁਸੀਂ ਸਾਰੇ ਸੀ, ਚੰਗਾ ਹੁੰਦਾ ਕਿ ਤੁਸੀਂ ਫਾਹਾ ਲੈ ਲੈਂਦੇ। ਕੀ ਤੁਹਾਨੂੰ ਪਤਾ ਨਹੀਂ ਸੀ ਕਿ ਇੱਥੇ ਆਸਵਿਟਸ ਵਿੱਚ ਤੁਹਾਡਾ ਕੀ ਹਾਲ ਹੋਏਗਾ? ਕੀ ਤੁਸੀਂ 1944 ਬਾਰੇ ਨਹੀਂ ਸੀ ਸੁਣਿਆ ਹੋਇਆ? ਨਹੀਂ, ਅਸੀਂ ਨਹੀਂ ਸੀ ਸੁਣਿਆ ਹੋਇਆ। ਨਾ ਹੀ ਸਾਨੂੰ ਕਿਸੇ ਨੇ ਦੱਸਿਆ ਸੀ। ਉਹਨੂੰ ਆਪਣੇ ਕੰਨਾਂ ਤੇ ਇਤਬਾਰ ਨਹੀਂ ਸੀ ਆ ਰਿਹਾ। ਉਹਦੀ ਆਵਾਜ਼ ਹੋਰ ਤਿੱਖੀ ਤੇ ਉੱਚੀ ਹੋ ਗਈ ਸੀ, ਖੂੰਖਾਰ ਆਵਾਜ਼। ਤੁਹਾਨੂੰ ਉਹ ਸਾਹਮਣੇ ਚਿਮਨੀ ਦਿਸਦੀ ਹੈ ਨਾ? ਦੇਖੋ, ਉਹ ਅੱਗ ਦੀਆਂ ਲਾਟਾਂ ਨਜ਼ਰ ਆਉਂਦੀਆਂ ਨੇ? ਹਾਂ, ਸਾਨੂੰ ਅੱਗ ਦੀਆਂ ਲਾਟਾਂ ਨਜ਼ਰ ਆ ਰਹੀਆਂ ਸਨ। ਉੱਥੇ ਜਿੱਥੇ ਤੁਹਾਨੂੰ ਲਿਜਾਇਆ ਜਾਏਗਾ, ਇਹੋ ਹੈ ਤੁਹਾਡੀ ਕਬਰ। ਅਜੇ ਵੀ ਤੁਹਾਨੂੰ ਕੁਝ ਸਮਝ ਨਹੀਂ ਆਇਆ? ਬੇਵਕੂਫ ਹਰਾਮੀਓ, ਤੁਹਾਨੂੰ ਕੋਈ ਮਾੜੀ ਮੋਟੀ ਸਮਝ ਹੈ ਵੀ ਕਿ ਨਹੀਂ? ਤੁਹਾਨੂੰ ਸਾੜ ਦਿੱਤਾ ਜਾਏਗਾ, ਤੁਸੀਂ ਸਾਰੇ ਸੁਆਹ ਹੋ ਜਾਓਗੇ। ਉਹਨੂੰ ਆਪਣੇ ਆਪ ਤੇ ਕਾਬੂ ਨਹੀਂ ਸੀ ਰਿਹਾ। ਗੁੱਸੇ ਵਿੱਚ ਉਹ ਅਖੀਰ ਚੁੱਪ ਕਰਕੇ ਖੜੋ ਗਿਆ, ਜਿਵੇਂ ਕੋਈ ਸਕਤਾ ਮਾਰ ਗਿਆ ਹੋਵੇ। ਉਹ ਗੁੱਸੇ 'ਚ ਬੇਕਾਬੂ ਹੋ ਰਿਹਾ ਸੀ। ਅਸੀਂ ਚੁੱਪਚਾਪ ਖੜੇ ਸੀ, ਡਰੇ ਹੋਏ। ਬਿਲਕੁਲ ਇਹ ਕੋਈ ਬਹੁਤ ਡਰਾਉਣਾ ਸੁਪਨਾ ਸੀ, ਇੱਕ ਅਜਿਹਾ ਭਿਆਨਕ ਸੁਪਨਾ ਜਿਹੜਾ ਕੋਈ ਸੋਚ ਵੀ ਨਹੀਂ ਸੀ ਸਕਦਾ। ਮੈਂ ਆਪਣੇ ਆਲੇ ਦੁਆਲੇ ਸੁਣਿਆ, ਲੋਕ ਆਪਸ 'ਚ ਬੜੀ ਧੀਮੀ ਆਵਾਜ਼ 'ਚ ਕੁਝ ਕਹਿ ਰਹੇ ਸਨ। ਸਾਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ। ਅਸੀਂ ਇਉਂ ਹੀ ਹੁਣ ਮਰ ਨਹੀਂ ਸਕਦੇ। ਜਾਨਵਰਾਂ ਵਾਂਗ ਅਸੀਂ ਹੁਣ ਜ਼ਿਬਾ ਨਹੀਂ ਹੋ ਸਕਦੇ। ਸਾਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ। ਸਾਡੇ 'ਚ ਕੁਝ ਤਕੜੇ ਮੁੰਡੇ ਵੀ ਸਨ। ਉਹਨਾਂ ਕੋਲ ਚਾਕੂ ਸਨ। ਉਹ ਦੂਜਿਆਂ ਨੂੰ ਉਕਸਾ ਰਹੇ ਸਨ ਤਾਂ ਕਿ ਉਹ ਹਥਿਆਰਬੰਦ ਸਿਪਾਹੀਆਂ ਤੇ ਝਪਟ ਪੈਣ। ਉਹਨਾਂ ਜਵਾਨਾਂ 'ਚੋਂ ਇੱਕ ਨੇ ਕਿਹਾ, ਦੁਨੀਆ ਨੂੰ ਪਤਾ ਤਾਂ ਲੱਗੇ ਕਿ ਆਸਵਿਟਸ ਕਿੱਥੇ ਹੈ। ਹਰ ਇੱਕ ਨੂੰ ਇਹ ਪਤਾ ਲੱਗਣਾ ਚਾਹੀਦਾ ਤਾਂ ਕਿ ਉਹ ਤਾਂ ਬਚ ਕੇ ਭੱਜ ਜਾਣ। ਪਰ ਬਜ਼ੁਰਗਾਂ ਨੇ ਜਵਾਨਾਂ ਨੂੰ ਸਮਝਾਇਆ ਕਿ ਐਵੇਂ ਕੋਈ ਗਲਤੀ ਨਾ ਕਰ ਬੈਠਣ। ਤੁਹਾਨੂੰ ਆਪਣਾ ਭਰੋਸਾ ਕਦੇ ਨਹੀਂ ਛੱਡਣਾ ਚਾਹੀਦਾ, ਭਾਵੇਂ ਸਿਰ ਤੇ ਕੋਈ ਤਲਵਾਰ ਲਟਕਦੀ ਹੋਵੇ। ਸਾਡੇ ਸੰਤਾਂ ਨੇ ਸਾਨੂੰ ਇਹੋ ਹੀ ਤਾਂ ਸਿਖਾਇਆ। ਵਿਰੋਧ ਵਾਲੀ ਸੋਚ ਟਲ ਗਈ ਲੱਗਦੀ ਸੀ। ਅਸੀਂ ਚੁਰਾਹੇ ਵੱਲ ਮਾਰਚ ਕਰਨਾ ਜਾਰੀ ਰੱਖਿਆ। ਰਾਹ 'ਚ ਮਸ਼ਹੂਰ ਹੋਇਆ ਬਦਨਾਮ ਡਾਕਟਰ ਮੇਂਗਲੇ ਖੜਾ ਸੀ, ਇੱਕ ਅਜੀਬ ਜਰਮਨ ਵੱਡਾ ਅਫਸਰ ਜਿਹਦਾ ਚਿਹਰਾ ਤਾਂ ਖੂੰਖਾਰ ਸੀ, ਪਰ ਉਹ ਬੜੀ ਤੇਜ਼ ਬੁੱਧੀ ਵਾਲਾ ਸੀ ਤੇ ਉਹ ਆਪਣੇ ਚਿਹਰੇ ਤੇ ਢਾਲ ਜੀ ਪਾ ਕੇ ਖੜਾ ਸੀ ਆਪਣੀ ਸੁਰੱਖਿਆ ਲਈ। ਉਹਦੇ ਹੱਥ ਵਿੱਚ ਡੰਡਾ ਸੀ ਤੇ ਉਹ ਦੂਜੇ ਜਰਮਨ ਅਫਸਰਾਂ ਦੇ ਵਿਚਕਾਰ ਖੜਾ ਸੀ। ਡੰਡਾ ਲਗਾਤਾਰ ਕਦੇ ਸੱਜੇ ਕਦੇ ਖੱਬੇ ਮੁੜ ਜਾਇਆ ਕਰਦਾ ਸੀ। ਮੈਂ ਹੁਣ ਉਹਦੇ ਸਾਹਮਣੇ ਸਾਂ। ਕਿੰਨੀ ਉਮਰ? ਉਹਨੇ ਪੁੱਛਿਆ। ਇਹ ਸ਼ਬਦ ਉਹਨੇ ਕਿਸੇ ਪਿਤਾ ਵਾਂਗ ਬੋਲੇ ਲੱਗਦੇ ਸਨ। 18। ਮੇਰੀ ਜ਼ੁਬਾਨ ਕੰਬ ਰਹੀ ਸੀ। ਤੇਰੀ ਸਿਹਤ ਠੀਕ ਹੈ? ਹਾਂਜੀ। ਤੂੰ ਕੰਮ ਕੀ ਕਰਦਾ? ਕੀ ਮੈਂ ਕਹਿ ਦਿਆਂ ਕਿ ਮੈਂ ਇੱਕ ਵਿਦਿਆਰਥੀ ਸਾਂ?
ਕਿਸਾਨ, ਮੈਂ ਆਪਣੇ ਆਪ ਨੂੰ ਕਹਿੰਦਿਆਂ ਸੁਣਿਆ। ਇਹ ਗੱਲਬਾਤ ਕੁਝ ਸਕਿੰਟਾਂ 'ਚ ਪੂਰੀ ਹੋ ਗਈ ਹੋਏਗੀ, ਪਰ ਮੈਨੂੰ ਇਹ ਸਦੀਆਂ ਜਿੰਨੀ ਲੰਮੀ ਲੱਗਦੀ ਸੀ। ਡੰਡਾ ਖੱਬੇ ਪਾਸੇ ਵੱਲ ਮੁੜਿਆ। ਮੈਂ ਇੱਕ ਕਦਮ ਅੱਗੇ ਜਾ ਚੁੱਕਾ ਸਾਂ। ਮੈਂ ਪਹਿਲਾਂ ਇਹ ਦੇਖਣਾ ਚਾਹੁੰਦਾ ਸਾਂ ਕਿ ਮੇਰੇ ਪਿਤਾ ਜੀ ਨੂੰ ਕਿਹੜੇ ਪਾਸੇ ਭੇਜ ਰਹੇ ਸਨ। ਜੇ ਉਹ ਸੱਜੇ ਪਾਸੇ ਗਏ ਤੇ ਮੈਂ ਉਹਨਾਂ ਦੇ ਪਿੱਛੇ ਹੀ ਜਾਣਾ ਸੀ। ਉਹਨਾਂ ਲਈ ਵੀ ਡੰਡੇ ਦਾ ਇਸ਼ਾਰਾ ਖੱਬੇ ਪਾਸੇ ਵੱਲ ਹੀ ਹੋਇਆ ਸੀ। ਮੇਰੇ ਦਿਲ ਤੋਂ ਬਹੁਤ ਭਾਰ ਲੈ ਗਿਆ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਸੀ ਕਿ ਚੰਗਾ ਪਾਸਾ ਕਿਹੜਾ ਸੀ, ਸੱਜਾ ਜਾਂ ਖੱਬਾ, ਕਿਹੜਾ ਜੇਲ੍ਹ ਵੱਲ ਜਾਂਦਾ ਸੀ, ਕਿਹੜਾ ਭੱਠੀਆਂ ਵੱਲ। ਪਰ ਮੈਂ ਇੱਕ ਪਲ ਲਈ ਖੁਸ਼ ਸਾਂ। ਮੈਂ ਆਪਣੇ ਪਿਤਾ ਦੇ ਨਾਲ ਸਾਂ। ਸਾਡੀ ਭੀੜ ਵਾਲਾ ਜਲੂਸ ਹੌਲੀ ਹੌਲੀ ਅੱਗੇ ਵਧ ਰਿਹਾ ਸੀ। ਇੱਕ ਹੋਰ ਕੈਦੀ ਸਾਡੇ ਵੱਲ ਆਇਆ। ਹੋ ਗਈ ਤਸੱਲੀ? ਹਾਂ, ਵਿੱਚੋਂ ਇੱਕ ਨੇ ਜਵਾਬ ਦਿੱਤਾ। ਵਿਚਾਰੇ, ਤੁਸੀਂ ਭੱਠੀਆਂ ਵੱਲ ਸੜਨ ਵੱਲ ਲਈ ਜਾ ਰਹੇ ਹੋ। ਉਹ ਸੱਚ ਬੋਲ ਰਿਹਾ ਲੱਗਦਾ ਸੀ। ਸਾਡੇ ਕੋਲੋਂ ਥੋੜ੍ਹੀ ਦੂਰ ਵੱਡੇ ਟੋਇਆਂ ਵਿੱਚ ਬੜੀ ਜ਼ਬਰਦਸਤ ਅੱਗ ਬਲ ਰਹੀ ਸੀ। ਵੱਡੀਆਂ ਵੱਡੀਆਂ ਲਾਟਾਂ ਉੱਠ ਰਹੀਆਂ ਸਨ। ਬੜੇ ਵੱਡੇ ਵੱਡੇ ਭਾਂਬੜ ਉਹ ਕੁਝ ਸਾੜ ਰਹੇ ਸਨ। ਇੱਕ ਟਰੱਕ ਆਇਆ ਤੇ ਉਹਨਾਂ ਆਪਣਾ ਭਾਰ ਉਸ ਅੱਗ ਵਾਲੇ ਵੱਡੇ ਟੋਏ 'ਚ ਸੁੱਟ ਦਿੱਤਾ। ਛੋਟੇ ਛੋਟੇ ਬੱਚੇ, ਦੁੱਧ ਪੀਂਦੇ ਬੱਚੇ, ਪਰ ਫਿਰ ਵੀ ਮੈਂ ਉਹਨਾਂ ਨੂੰ ਦੇਖਿਆ। ਉਹ ਬੱਚੇ ਅੱਗ ਦੀਆਂ ਲਪਟਾਂ ਵਿੱਚ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਸ ਪਿੱਛੋਂ ਮੈਂ ਸੌਂ ਨਹੀਂ ਸੀ ਸਕਿਆ। ਨੀਂਦ ਮੇਰੀਆਂ ਅੱਖਾਂ 'ਚ ਪਤਾ ਨਹੀਂ ਕਿੱਧਰ ਉੱਡ ਗਈ ਸੀ। ਇਹ ਉਸ ਪਲ ਦੀ ਗੱਲ ਹੈ ਜਦੋਂ ਅਸੀਂ ਜਾ ਰਹੇ ਸਾਂ। ਉਸ ਤੋਂ ਥੋੜ੍ਹਾ ਹੀ ਅੱਗੇ ਇੱਕ ਹੋਰ ਵੱਡਾ ਟੋਆ ਵੱਡੇ ਲੋਕਾਂ ਲਈ ਸੀ। ਮੈਂ ਆਪਣੇ ਚਿਹਰੇ ਤੇ ਚੁੰਡੀ ਵੱਢੀ। ਕੀ ਮੈਂ ਅਜੇ ਵੀ ਜਿੰਦਾ ਸੀ? ਕੀ ਮੈਂ ਜਾਗਦਾ ਸੀ? ਮੈਨੂੰ ਇਤਬਾਰ ਨਹੀਂ ਸੀ ਆ ਰਿਹਾ। ਇਹ ਕਿਵੇਂ ਹੋ ਸਕਦਾ ਸੀ ਕਿ ਉਹ ਜਿਉਂਦੇ ਜੀ ਲੋਕਾਂ ਨੂੰ ਅੱਗ 'ਚ ਸਾੜ ਦੇਣ, ਬੱਚਿਆਂ ਨੂੰ ਸਾੜ ਦੇਣ ਤੇ ਦੁਨੀਆ ਚੁੱਪ ਰਹੇ? ਨਹੀਂ, ਇਹਨਾਂ ਦੋਹਾਂ 'ਚੋਂ ਇੱਕ ਹੀ ਸਹੀ ਨਹੀਂ ਸੀ ਹੋ ਸਕਦਾ। ਇਹ ਤਾਂ ਇੱਕ ਭਿਆਨਕ ਸੁਪਨਾ ਸੀ। ਮੈਨੂੰ ਅਚਾਨਕ ਜਾਗ ਪੈਣਾ ਚਾਹੀਦਾ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਮੈਨੂੰ ਆਪਣੇ ਬਚਪਨ ਵਾਲੇ ਸੌਣ ਕਮਰੇ 'ਚ ਚਲੇ ਜਾਣਾ ਚਾਹੀਦਾ, ਜਿੱਥੇ ਮੇਰੀਆਂ ਕਿਤਾਬਾਂ ਪਈਆਂ ਨੇ। ਮੇਰੇ ਪਿਤਾ ਜੀ ਦੀ ਆਵਾਜ਼ ਨੇ ਮੇਰੀਆਂ ਸੋਚਾਂ 'ਚੋਂ ਮੈਨੂੰ ਕੱਢ ਲਿਆਂਦਾ। ਬੜੀ ਸ਼ਰਮ ਵਾਲੀ ਗੱਲ ਹੈ ਕਿ ਤੂੰ ਆਪਣੀ ਮਾਂ ਨਾਲ ਨਹੀਂ ਸੀ ਜਾ ਸਕਿਆ। ਮੈਂ ਤੇਰੀ ਉਮਰ ਦੇ ਕਈ ਬੱਚਿਆਂ ਨੂੰ ਆਪਣੀਆਂ ਮਾਵਾਂ ਨਾਲ ਜਾਂਦਿਆਂ ਵੇਖਿਆ ਸੀ। ਉਹਨਾਂ ਦੀ ਆਵਾਜ਼ ਬਹੁਤ ਉਦਾਸ ਸੀ। ਮੈਨੂੰ ਲੱਗਿਆ ਉਹ ਦੇਖਣਾ ਨਹੀਂ ਸੀ ਚਾਹੁੰਦੇ ਜੋ ਕੁਝ ਉਹਨਾਂ ਨੇ ਮੇਰੇ ਨਾਲ ਕਰਨਾ ਸੀ। ਉਹ ਆਪਣੇ ਇੱਕੋ ਇੱਕ ਪੁੱਤਰ ਨੂੰ ਅੱਗ ਵਿੱਚ ਸੜਦਾ ਦੇਖਣਾ ਨਹੀਂ ਸੀ ਚਾਹੁੰਦੇ। ਮੇਰੇ ਮੱਥੇ ਤੇ ਠੰਡਾ ਪਸੀਨਾ ਆ ਰਿਹਾ ਸੀ, ਪਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਮੇਰੀ ਉਮਰ ਦੇ ਬੱਚਿਆਂ ਨੂੰ ਅੱਗ 'ਚ ਸਾੜ ਦੇਣਗੇ। ਇਨਸਾਨੀਅਤ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਨਸਾਨੀਅਤ? ਇਨਸਾਨੀਅਤ ਦਾ ਸਾਡੇ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਵੀ ਨਹੀਂ। ਅੱਜ ਕਿਸੇ ਗੱਲ ਦੀ ਵੀ ਖੁੱਲ੍ਹ ਹੈ। ਸਭ ਕੁਝ ਹੋ ਸਕਦਾ, ਇੱਥੋਂ ਤੱਕ ਇਹ ਸਾੜਨ ਵਾਲੀਆਂ ਭੱਠੀਆਂ। ਪਿਤਾ ਜੀ ਦੀ ਆਵਾਜ਼ ਬੰਦ ਹੋ ਰਹੀ ਸੀ। ਪਿਤਾ ਜੀ, ਮੈਂ ਕਿਹਾ, ਜੇ ਅਜਿਹਾ ਹੋਇਆ ਵੀ ਤਾਂ ਮੈਂ ਇੱਥੇ ਇੱਕ ਪਲ ਵੀ ਨਹੀਂ ਉਡੀਕਾਂਗਾ। ਮੈਂ ਭੱਜ ਕੇ ਬਿਜਲੀ ਦੀਆਂ ਤਾਰਾਂ ਵੱਲ ਚਲਾ ਜਾਵਾਂਗਾ। ਹੌਲੀ ਹੌਲੀ ਅੱਗ 'ਚ ਸੜਨ ਨਾਲੋਂ ਤਾਂ ਉਹ ਚੰਗਾ ਹੋਏਗਾ। ਉਹਨਾਂ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਉਹ ਰੋ ਰਹੇ ਸਨ। ਹੌਕਿਆਂ ਨਾਲ ਉਹਨਾਂ ਦਾ ਸਰੀਰ ਕੰਬ ਰਿਹਾ ਸੀ। ਸਾਡੇ ਆਲੇ ਦੁਆਲੇ ਹਰ ਕੋਈ ਰੋ ਰਿਹਾ ਸੀ। ਕਿਸੇ ਨੇ ਕੈਡਿਸ਼, ਕਿਸੇ ਦੇ ਮਰਨ ਵੇਲੇ ਕੀਤੀ ਜਾਂਦੀ ਯਹੂਦੀ ਅਰਦਾਸ ਦਾ ਪਾਠ ਸ਼ੁਰੂ ਕਰ ਦਿੱਤਾ। ਮਰ ਮੁੱਕ ਗਿਆਂ ਲਈ ਅਰਦਾਸ। ਮੈਨੂੰ ਨਹੀਂ ਪਤਾ ਕਿ ਅਜਿਹਾ ਪਹਿਲਾਂ ਕਦੇ ਹੋਇਆ ਸੀ ਯਹੂਦੀਆਂ ਦੇ ਇੰਨੇ ਲੰਮੇ ਇਤਿਹਾਸ ਵਿੱਚ ਕਿ ਕਿਸੇ ਨੇ ਆਪਣੇ ਹੀ ਮਰਨ ਦੀ ਅਰਦਾਸ ਕੀਤੀ ਹੋਵੇ। ਯਿਤ ਗਾਦਾ ਵੇਟਕਾਦਾਚ ਸ਼ਮੇ ਰਾਬਾ। ਉਹਦਾ ਨਾਮ ਹਮੇਸ਼ਾ ਲਈ ਵਧੇ ਫੁੱਲੇ, ਮੇਰੇ ਪਿਤਾ ਜੀ ਨੇ ਹੌਲੀ ਜਿਹੀ ਕਿਹਾ। ਪਹਿਲੀ ਵਾਰ ਮੇਰੇ ਮਨ 'ਚ ਵਿਰੋਧ ਜਾਗਿਆ। ਮੈਂ ਉਹਦਾ ਨਾਮ ਕਿਉਂ ਲਵਾਂ? ਪਰਵਰਦਿਗਾਰ, ਸਾਰੀ ਕਾਇਨਾਤ ਦਾ ਮਾਲਕ, ਸਰਵ ਸ਼ਕਤੀਮਾਨ ਤੇ ਤਬਾਹੀ ਕਰਨ ਵਾਲਾ ਚੁੱਪ ਸੀ। ਮੈਂ ਕਿਸ ਲਈ ਉਹਦਾ ਧੰਨਵਾਦ ਕਰਾਂ? ਅਸੀਂ ਆਪਣਾ ਮਾਰਚ ਜਾਰੀ ਰੱਖਿਆ। ਅਸੀਂ ਹੌਲੀ ਹੌਲੀ ਉਸ ਟੋਏ ਦੇ ਨੇੜੇ ਆਉਂਦੇ ਜਾ ਰਹੇ ਸਾਂ ਜਿੱਥੋਂ ਅੱਗ ਦੀਆਂ ਲਾਟਾਂ ਤੇ ਭਾਂਬੜ ਬਾਹਰ ਆ ਰਹੇ ਸਨ। ਅਜੇ ਵੀ ਅਸੀਂ ਉੱਥੋਂ ਕੋਈ 20 ਕਦਮ ਦੂਰ ਸਾਂ। ਜੇ ਮੈਂ ਆਪਣੀ ਮੌਤ ਆਪ ਮਰਨਾ ਸੀ ਤਾਂ ਇਹ ਪਲ ਸੀ। ਸਾਡੀ ਕਤਾਰ ਨੇ ਅਜੇ 15 ਕੁ ਕਦਮ ਪੁੱਟਣੇ ਸਨ। ਮੈਂ ਆਪਣਾ ਬੁੱਲ ਟੁੱਕ ਲਿਆ ਸੀ ਤਾਂ ਕਿ ਮੇਰੇ ਪਿਤਾ ਨੂੰ ਮੇਰੇ ਦੰਦਾਂ ਦਾ ਸ਼ੋਰ ਨਾ ਸੁਣੇ। ਹੁਣ 10 ਕਦਮ ਰਹਿੰਦੇ ਸਨ। 8, 7। ਅਸੀਂ ਹੌਲੀ ਹੌਲੀ ਅੱਗੇ ਜਾ ਰਹੇ ਸਾਂ, ਜਿਵੇਂ ਕੋਈ ਮੁਰਦੇ ਦੇ ਪਿੱਛੇ ਤੁਰਦਾ ਹੋਵੇ ਤੇ ਉਹ ਸਾਡਾ ਹੀ ਜਨਾਜ਼ਾ ਹੋਵੇ। ਕੁਝ ਹੋਰ ਕਦਮ, 3 ਕਦਮ। ਹੁਣ ਉਹ ਸਾਡੇ ਸਾਹਮਣੇ ਸੀ, ਟੋਆ ਤੇ ਅੱਗ ਦੀਆਂ ਲਾਟਾਂ ਦਾ ਭਾਂਬੜ। ਮੈਂ ਜੋ ਵੀ ਤਾਕਤ ਬਾਕੀ ਸੀ ਇਕੱਠੀ ਕੀਤੀ ਤਾਂ ਕਿ ਮੈਂ ਉਹ ਕਤਾਰ ਤੋੜ ਕੇ ਆਪਣੇ ਆਪ ਨੂੰ ਬਿਜਲੀ ਵਾਲੇ ਕੰਡਿਆਲੀ ਤਾਰ ਵੱਲ ਭੱਜ ਸਕਾਂ। ਆਪਣੇ ਦਿਲ ਦੀਆਂ ਡੂੰਘਾਣਾਂ 'ਚੋਂ ਮੈਂ ਆਪਣੇ ਪਿਤਾ ਨੂੰ ਅਲਵਿਦਾ ਕਹਿ ਦਿੱਤੀ। ਸਾਰੀ ਕਾਇਨਾਤ ਨੂੰ ਵੀ ਤੇ ਮੈਨੂੰ ਛੱਡ ਕੇ ਸ਼ਬਦ ਆਪਣੇ ਆਪ ਬਣਦੇ ਗਏ
ਤੇ ਮੇਰੇ ਬੁੱਲਾਂ 'ਚੋਂ ਬਾਹਰ ਆਉਣ ਲੱਗ ਪਏ। ਯਤ ਗਾਦਾ ਵੇਥੀ ਟਕਾਦਾ ਸ਼ਮੇ ਰੱਬਾ, ਉਸ ਪਰਵਰਦਗਾਰ ਦਾ ਨਾਮ ਹਮੇਸ਼ਾ ਦੁਨੀਆ ਤੇ ਰਹੇ ਤੇ ਵਧੇ ਫੁੱਲੇ। ਮੇਰਾ ਦਿਲ ਪਾਟਣ ਤੇ ਆ ਚੁੱਕਾ ਸੀ। ਜਦੋਂ ਉਹ ਪਲ ਆਇਆ ਤਾਂ ਮੈਂ ਮੌਤ ਦੇ ਦੇਵਤੇ ਦੇ ਸਾਹਮਣੇ ਖੜਾ ਸੀ। ਨਹੀਂ, ਉਸ ਟੋਏ ਤੋਂ 2 ਕਦਮ ਦੀ ਦੂਰੀ ਤਾਂ ਅਚਾਨਕ ਸਾਨੂੰ ਖੱਬੇ ਮੁੜਨ ਲਈ ਕਿਹਾ ਗਿਆ ਤੇ ਆਪਣੀਆਂ ਝੌਂਪੜੀਆਂ ਵੱਲ ਜਾਣ ਲਈ ਕਹਿ ਦਿੱਤਾ ਗਿਆ। ਮੈਂ ਆਪਣੇ ਪਿਤਾ ਦਾ ਹੱਥ ਘੁੱਟ ਲਿਆ। ਉਹਨਾਂ ਨੇ ਕਿਹਾ, ਤੈਨੂੰ ਮੈਡਮ ਸ਼ੈਚਟਰ ਯਾਦ ਹੈ, ਜਿਹੜੀ ਗੱਡੀ 'ਚ ਸੀ? ਕਦੇ ਵੀ ਨਹੀਂ। ਮੈਂ ਕਦੇ ਵੀ ਉਹ ਰਾਤ ਨਹੀਂ ਭੁੱਲਾਂਗਾ। ਕੈਂਪ 'ਚ ਉਹ ਪਹਿਲੀ ਰਾਤ ਜਿਹਨੇ ਮੇਰੇ ਜੀਵਨ ਨੂੰ ਇੱਕ ਲੰਮੀ ਰਾਤ ਬਣਾ ਕੇ ਰੱਖ ਦਿੱਤਾ ਸੀ। 7 ਵਾਰ ਮੈਨੂੰ ਮਾਰ ਦੇਣ ਦੀ ਸਜ਼ਾ ਮਿਲੀ, 7 ਵਾਰੀ ਗੋਂਦਾ ਵੀ ਲੱਗਿਆ। ਉਹ ਧੂਆਂ ਮੈਂ ਕਦੇ ਵੀ ਨਹੀਂ ਭੁੱਲਾਂਗਾ, ਕਦੇ ਵੀ ਨਹੀਂ। ਮੈਂ ਭੁੱਲ ਜਾਵਾਂ ਉਹਨਾਂ ਬੱਚਿਆਂ ਦੇ ਮਾਸੂਮ ਚਿਹਰੇ ਜਿਨ੍ਹਾਂ ਦੇ ਸਰੀਰ ਮੈਂ ਕਿਸੇ ਹਾਰ ਮੌਤ ਉੱਤੇ ਭੇਂਟ ਕੀਤੇ ਜਾਂਦੇ ਫੁੱਲ 'ਚ ਬਦਲਦੇ ਉਸ ਨੀਲੇ ਅੰਬਰ ਹੇਠਾਂ ਵੇਖੇ ਸਨ। ਮੈਂ ਕਦੇ ਵੀ ਉਹ ਅੱਗ ਦੇ ਭਾਂਬੜ ਨਹੀਂ ਭੁੱਲਾਂਗਾ ਜਿਨ੍ਹਾਂ ਨੇ ਮੇਰੇ ਭਰੋਸੇ ਨੂੰ ਹਮੇਸ਼ਾ ਲਈ ਸਾੜ ਦਿੱਤਾ ਸੀ। ਕਦੇ ਵੀ ਮੈਂ ਨਹੀਂ ਭੁੱਲਾਂਗਾ ਉਹ ਰਾਤ ਦੇ ਘੁੱਪ ਹਨੇਰੇ ਵਰਗੀ ਚੁੱਪ ਜਿਹਨੇ ਮੇਰੇ ਜੀਵਨ ਨੂੰ ਤੇ ਮੇਰੇ ਜਿਉਣ ਦੀ ਸਾਰੀ ਇੱਛਾ ਹੀ ਖਤਮ ਕਰ ਦਿੱਤੀ ਸੀ। ਕਦੇ ਵੀ ਉਹ ਪਲ ਮੈਨੂੰ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਮੇਰੇ ਰੱਬ ਦਾ ਕਤਲ ਕੀਤਾ ਤੇ ਮੇਰੀ ਆਤਮਾ ਮਾਰ ਦਿੱਤੀ ਤੇ ਮੇਰੇ ਸਾਰੇ ਸੁਪਨੇ ਮਿੱਟੀ ਘੱਟੇ ਰੋਲ ਦਿੱਤੇ। ਇਹ ਸਾਰੀਆਂ ਗੱਲਾਂ ਮੈਂ ਕਦੇ ਵੀ ਨਹੀਂ ਭੁੱਲਾਂਗਾ। ਜੇ ਮੈਨੂੰ ਜਦੋਂ ਤੱਕ ਰੱਬ ਰਹੇਗਾ ਉਦੋਂ ਤੱਕ ਮੈਨੂੰ ਜੇ ਰਹਿਣਾ ਵੀ ਪੈ ਜਾਏ, ਕਦੇ ਵੀ ਨਹੀਂ। ਉਹ ਢਾਰੇ ਜਿਨ੍ਹਾਂ 'ਚ ਸਾਨੂੰ ਰਹਿਣ ਲਈ ਭੇਜਿਆ ਗਿਆ ਸੀ ਬੜੇ ਲੰਮੇ ਸਨ। ਉਹਨਾਂ ਦੀਆਂ ਛੱਤਾਂ ਤੇ ਅਸਮਾਨੀ ਰੰਗ ਕੀਤਾ ਹੋਇਆ ਸੀ। ਕਿਸੇ ਨਰਕ ਦਾ ਕਮਰਾ ਇਹੋ ਜਿਹਾ ਹੀ ਹੋਏਗਾ। ਇੰਨੇ ਪਾਗਲ ਹੋਏ ਬੰਦੇ, ਕਿੰਨੀਆਂ ਚੀਕਾਂ, ਇੰਨੀ ਪਸ਼ੂਆਂ ਵਰਗੀ ਬੇਰਹਿਮੀ। ਸਾਡਾ ਸਵਾਗਤ ਕਰਨ ਲਈ ਦਰਜਨਾਂ ਕੈਦੀ ਮੌਜੂਦ ਸਨ। ਉਹਨਾਂ ਦੇ ਹੱਥਾਂ 'ਚ ਡੰਡੇ, ਉਹਨਾਂ ਦੀਆਂ ਪੇਟੀਆਂ 'ਚ ਡੰਡੇ, ਕਿਤੇ ਵੀ ਕਿਸੇ ਤੇ ਵੀ ਉਹ ਬਿਨਾਂ ਕਿਸੇ ਕਾਰਨ ਤੋਂ ਡੰਡੇ ਮਾਰ ਰਹੇ ਸਨ। ਹੁਕਮ, ਸਾਰੇ ਕੱਪੜੇ ਲਾ ਦਿਓ, ਜਲਦੀ। ਆਪਣੀਆਂ ਪੇਟੀਆਂ ਤੇ ਬੂਟ ਆਪਣੇ ਹੱਥਾਂ 'ਚ ਫੜ ਕੇ ਰੱਖੋ। ਸਾਨੂੰ ਸਾਡੇ ਕੱਪੜੇ ਢਾਰੇ ਦੇ ਇੱਕ ਸਿਰੇ ਤੇ ਢੇਰ ਕਰਕੇ ਰੱਖਣੇ ਸਨ। ਉੱਥੇ ਪਹਿਲਾਂ ਹੀ ਕੱਪੜਿਆਂ ਦਾ ਢੇਰ ਲੱਗਾ ਹੋਇਆ ਸੀ। ਕੋਈ ਵੀ ਸੂਟ ਨਹੀਂ ਸੀ ਉੱਥੇ, ਪੁਰਾਣੇ ਫਟੇ ਕੋਟ ਤੇ ਹੋਰ ਲੀਰਾਂ। ਸਾਡੇ ਲਈ ਇਹ ਸੱਚੀ ਸਮਾਨਤਾ ਦਾ ਮੌਕਾ ਸੀ। ਅਸੀਂ ਨੰਗ ਧੜੰਗੇ ਖੜੇ ਠੰਡ 'ਚ ਠੁਰ ਠੁਰ ਕਰਦੇ ਕੰਬੀ ਜਾ ਰਹੇ ਸਾਂ। ਕੁਝ ਜਰਮਨ ਅਫਸਰ ਉੱਥੇ ਹਰਲ ਹਰਲ ਕਰਦੇ ਫਿਰਦੇ ਕਿਸੇ ਤਕੜੇ ਬੰਦਿਆਂ ਨੂੰ ਦੇਖ ਪਰਖ ਰਹੇ ਸਨ। ਉਹ ਸਾਡੇ 'ਚੋਂ ਤਾਕਤ ਦੀ ਭਾਲ 'ਚ ਸਨ, ਜਿਸ ਨਾਲ ਕੋਈ ਤਕੜਾ ਤੇ ਤਾਕਤਵਰ ਬੰਦਾ ਹੀ ਲੱਭ ਸਕਦਾ। ਮੇਰੇ ਪਿਤਾ ਦੀ ਸੋਚ ਇਸ ਤੋਂ ਉਲਟ ਸੀ। ਚੰਗਾ ਹੁੰਦਾ ਕਿ ਜੇ ਕੋਈ ਉਹਨਾਂ ਦਾ ਧਿਆਨ ਆਪਣੇ ਵੱਲ ਨਾ ਖਿੱਚੇ ਤਾਂ ਸਾਡੀ ਕਿਸਮਤ ਦੂਜਿਆਂ ਵਰਗੀ ਹੋ ਜਾਣੀ ਸੀ। ਸਾਨੂੰ ਪਿੱਛੋਂ ਜਾ ਕੇ ਪਤਾ ਲੱਗਿਆ ਕਿ ਉਹ ਠੀਕ ਸਨ ਜਿਹੜੇ ਉਸ ਦਿਨ ਚੁਣੇ ਗਏ ਸਨ। ਉਹਨਾਂ ਨੂੰ ਭੱਠੀਆਂ 'ਚ ਮੁਰਦੇ ਸਾੜਨ ਤੇ ਲਾ ਦਿੱਤਾ ਗਿਆ ਸੀ। ਬੇਲਾ ਕਾਟੇਜ ਇੱਕ ਵੱਡੇ ਵਪਾਰੀ ਦਾ ਬੇਟਾ, ਜਿਹੜਾ ਸਾਡੇ ਸ਼ਹਿਰ ਤੋਂ ਹੀ ਸੀ, ਬਿਰਕਨਾਊ, ਸਭ ਤੋਂ ਪਹਿਲੀ ਗੱਡੀ ਵਾਲੀ ਕਿਸ਼ਤ 'ਚ ਪਹੁੰਚਿਆ ਸੀ ਸਾਡੇ ਨਾਲੋਂ 1 ਹਫ਼ਤਾ ਪਹਿਲਾਂ। ਜਦੋਂ ਉਹਨੂੰ ਸਾਡੇ ਆਉਣ ਦਾ ਪਤਾ ਲੱਗਾ, ਉਹਨੇ ਸਾਨੂੰ ਸੁਨੇਹਾ ਭਿਜਵਾਇਆ। ਉਹ ਆਪਣੀ ਤਾਕਤ ਦੇ ਸਿਰ ਤੇ ਚੁਣਿਆ ਗਿਆ ਸੀ। ਉਹਨੇ ਆਪ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਆਪਣੇ ਹੱਥੀਂ ਭੱਠੀ 'ਚ ਸਾੜਨ ਲਈ ਰੱਖਿਆ ਸੀ। ਸਾਡੇ ਲੋਕਾਂ ਤੇ ਡੰਡੇ ਵਰਦੇ ਰਹੇ। ਨਾਈ ਕੋਲ ਪਹੁੰਚੋ, ਆਪਣੀਆਂ ਪੇਟੀਆਂ ਤੇ ਬੂਟ। ਮੈਂ ਆਪਣੇ ਆਪ ਨੂੰ ਘੜੀਸਦਾ ਨਾਈਆਂ ਕੋਲ ਪਹੁੰਚਿਆ। ਉਹਨਾਂ ਨੇ ਕੈਂਚੀ ਨਾਲ ਸਾਡੇ ਵਾਲ ਕੱਟ ਦਿੱਤੇ, ਨਾਲ ਹੀ ਸਾਡੇ ਸਰੀਰਾਂ ਤੋਂ ਵੀ ਸਾਰੇ ਵਾਲ ਸਾਫ਼ ਕਰ ਦਿੱਤੇ। ਮੇਰੇ ਮਨ 'ਚ ਹਮੇਸ਼ਾ ਇਹੋ ਸੋਚ ਕਾਇਮ ਰਹੀ, ਆਪਣੇ ਪਿਤਾ ਤੋਂ ਕਦੇ ਵੀ ਵੱਖ ਨਹੀਂ ਹੋਣਾ। ਨਾਈਆਂ ਹੱਥੋਂ ਵਿਹਲੇ ਹੋ ਕੇ ਅਸੀਂ ਭੀੜ 'ਚ ਖੜੇ ਸੋਚ ਰਹੇ ਸਾਂ ਕਿ ਹੁਣ ਦੋਸਤਾਂ ਨੂੰ ਤੇ ਜਾਣ ਪਛਾਣ ਵਾਲਿਆਂ ਨੂੰ ਮਿਲਿਆ ਜਾਵੇ। ਇਹਨਾਂ ਮੁਲਾਕਾਤਾਂ ਨੇ ਸਾਨੂੰ ਖੁਸ਼ੀ ਨਾਲ ਭਰ ਦਿੱਤਾ। ਹਾਂ, ਖੁਸ਼ੀ। ਰੱਬ ਦਾ ਸ਼ੁਕਰ ਹੈ ਕਿ ਤੁਸੀਂ ਅਜੇ ਜਿਉਂਦੇ ਹੋ। ਪਰ ਦੂਜੇ ਰੋ ਰਹੇ ਸਨ। ਉਹਨਾਂ ਨੇ ਆਪਣਾ ਬਾਕੀ ਬਚਿਆ ਸਾਹ ਸੱਤ ਰੋ ਕੇ ਗੁਆ ਦਿੱਤਾ। ਉਹਨਾਂ ਨੇ ਆਪਣੇ ਆਪ ਨੂੰ ਇੱਥੋਂ ਤੱਕ ਲਿਆਉਣ ਹੀ ਕਿਉਂ ਦਿੱਤਾ? ਉਹ ਆਪਣੇ ਬਿਸਤਰਿਆਂ 'ਚ ਹੀ ਕਿਉਂ ਨਾ ਮਰ ਗਏ? ਹੌਕਿਆਂ ਨੇ ਉਹਨਾਂ ਦੀਆਂ ਆਵਾਜ਼ਾਂ ਬੰਦ ਕਰ ਦਿੱਤੀਆਂ ਸਨ। ਅਚਾਨਕ ਕਿਸੇ ਨੇ ਆਪਣੀਆਂ ਬਾਹਾਂ ਮੇਰੀ ਗਰਦਨ ਦੁਆਲੇ ਵਲ ਦਿੱਤੀਆਂ ਤੇ ਮੈਨੂੰ ਜੱਫੀ ਪਾ ਲਈ। ਯੇਚਿਲ ਸਿਗਰੇਟ ਦੇ ਰੱਬੀ ਦਾ ਭਰਾ ਸੀ। ਉਹ ਬੁਰੀ ਤਰ੍ਹਾਂ ਹੌਕੇ ਭਰ ਭਰ ਰੋਈ ਜਾਂਦਾ ਸੀ। ਮੈਂ ਸੋਚਿਆ ਕਿ ਮੈਂ ਅਜੇ ਜਿਉਂਦਾ ਸਾਂ, ਉਸ ਲਈ ਉਹ ਰੋ ਰਿਹਾ ਸੀ। ਯੇਚਿਲ, ਰੋ ਨਾ, ਮੈਂ ਕਿਹਾ, ਆਪਣੇ ਹੰਝੂ ਬਰਬਾਦ ਨਾ ਕਰ। ਰੋਵਾਂ ਨਾ? ਅਸੀਂ ਮਰਨ ਕਿਨਾਰੇ ਹੋਏ ਪਏ ਹਾਂ। ਛੇਤੀ ਸਾਨੂੰ ਉਸ ਪਾਰ ਜਾਣਾ ਪਏਗਾ। ਤੂੰ ਸਮਝਦਾ ਕਿਉਂ ਨਹੀਂ? ਮੈਂ ਰੋਵਾਂ ਕਿਉਂ ਨਾ? ਹੈਂ? ਰਾਤ ਦੀ ਨੀਲੀ ਭਾਅ 'ਚੋਂ ਹੌਲੀ ਹੌਲੀ ਅਸਮਾਨ ਨਿਖਰ ਰਿਹਾ ਸੀ ਤੇ ਹਨੇਰਾ ਛੱਟ ਰਿਹਾ ਸੀ। ਮੈਨੂੰ ਹੁਣ ਡਰ ਨਹੀਂ ਸੀ ਲੱਗਦਾ।
ਫਿਰ ਮੇਰੇ ਉੱਤੇ ਅਣਮਨੁੱਖਤਾ ਛਾਣ ਲੱਗ ਪਈ। ਮੈਂ ਨਿਢਾਲ ਹੋ ਗਿਆ। ਉਹ ਜਿਹੜੇ ਚਲੇ ਗਏ ਸਨ, ਉਹਨਾਂ ਨੇ ਸਾਡੀ ਸੋਚ ਤੇ ਯਾਦਾਂ ਦੇ ਦਾਇਰੇ ਨੂੰ ਛੋਹਿਆ ਤੱਕ ਵੀ ਨਹੀਂ ਸੀ। ਅਸੀਂ ਅਜੇ ਵੀ ਉਹਨਾਂ ਦੀਆਂ ਗੱਲਾਂ ਕਰ ਰਹੇ ਸਾਂ। ਕੌਣ ਜਾਣਦਾ ਹੈ ਕਿ ਉਹਨਾਂ ਨਾਲ ਕੀ ਬੀਤੀ ਹੋਏਗੀ। ਸਾਨੂੰ ਉਹਨਾਂ ਦੀ ਕਿਸਮਤ ਨਾਲ ਕੋਈ ਸਰੋਕਾਰ ਨਹੀਂ ਸੀ। ਸਾਡੀਆਂ ਸੂਖਮ ਸੋਚ ਵਾਲੀਆਂ ਇੰਦਰੀਆਂ ਖੁੰਡੀਆਂ ਹੋ ਚੁੱਕੀਆਂ ਸਨ। ਹਰ ਵਿਚਾਰ ਕਿਸੇ ਧੁੰਦ ਵਿੱਚ ਉਲਝਿਆ ਲੱਗਦਾ ਸੀ। ਕੁਝ ਵੀ ਦਿਮਾਗ ਦੀ ਪਕੜ 'ਚ ਨਹੀਂ ਸੀ ਆ ਰਿਹਾ। ਬੜੀਆਂ ਸੂਖਮ ਪ੍ਰਵਿਰਤੀਆਂ, ਜਿਵੇਂ ਆਪਾ ਸੰਭਾਲ, ਆਪਣੇ ਆਪ ਨੂੰ ਬਚਾ ਕੇ ਰੱਖਣਾ, ਆਪਣਾ ਮਾਣ, ਸਭ ਕੁਝ ਸਾਡੇ ਤੋਂ ਕਿਤੇ ਦੂਰ ਜਾ ਚੁੱਕਾ ਸੀ। ਸਿਰਫ ਇੱਕ ਹੀ ਪਲ ਵਿੱਚ ਮੈਨੂੰ ਲੱਗਦਾ ਸੀ ਕਿ ਅਸੀਂ ਸਰਾਪੀਆਂ ਹੋਈਆਂ ਰੂਹਾਂ ਹਾਂ, ਜਿਹੜੀਆਂ ਅੱਧੀ ਦੁਨੀਆ 'ਚ ਘੁੰਮ ਰਹੀਆਂ ਹਾਂ। ਰੂਹਾਂ ਜਿਨ੍ਹਾਂ ਨੂੰ ਇਹੋ ਸਜ਼ਾ ਮਿਲ ਚੁੱਕੀ ਹੈ, ਜਿੰਨਾ ਚਿਰ ਇਸ ਧਰਤੀ ਦੇ ਸਾਰੇ ਲੋਕ ਖਤਮ ਨਹੀਂ ਹੋ ਜਾਂਦੇ, ਅਸੀਂ ਉਹਨਾਂ ਦੇ ਖਾਤਮੇ ਨੂੰ ਉਡੀਕਦੇ ਰਹਾਂਗੇ, ਤੇ ਜਿੰਨਾ ਚਿਰ ਉਹਨਾਂ ਦੀ ਆਖਰੀ ਉਮੀਦ ਕੋਈ ਬਾਕੀ ਹੈ, ਅਸੀਂ ਇਸੇ ਤਰ੍ਹਾਂ ਹੀ ਘੁੰਮਦੇ ਰਹਾਂਗੇ, ਭਟਕਦੇ ਰਹਾਂਗੇ, ਬਿਨਾਂ ਕਿਸੇ ਉਮੀਦ ਦੇ ਕਿ ਅਸੀਂ ਕਦੇ ਵੀ ਉਹਨਾਂ ਨੂੰ ਲੱਭ ਸਕਦੇ ਹਾਂ। ਸਵੇਰੇ 5 ਵਜੇ ਸਾਨੂੰ ਸਾਡੇ ਢਾਰਿਆਂ ਵਿੱਚੋਂ ਕੱਢ ਦਿੱਤਾ ਗਿਆ। ਕਾਪੋ ਕੈਦੀਆਂ ਵਿੱਚੋਂ ਹੀ ਕੈਦੀਆਂ ਨੂੰ ਕਾਬੂ ਰੱਖਣ ਲਈ ਬਣਾਏ ਹੋਏ ਇੰਚਾਰਜ ਨੇ ਸਾਨੂੰ ਇੱਕ ਵਾਰੀ ਫਿਰ ਕੁਟਾਪਾ ਚਾੜਿਆ ਸੀ। ਮੈਂ ਹੁਣ ਤੱਕ ਇੰਨਾ ਸੁੰਨ ਹੋ ਚੁੱਕਾ ਸੀ ਕਿ ਉਹਨਾਂ ਦੀ ਮਾਰ ਦਾ ਕੋਈ ਅਸਰ ਨਹੀਂ ਸੀ ਮਹਿਸੂਸ ਹੁੰਦਾ। ਬਰਫਾਨੀ ਹਵਾ ਨੇ ਸਾਨੂੰ ਘੇਰ ਲਿਆ ਸੀ। ਅਸੀਂ ਨੰਗ ਧੜੰਗੇ ਸਾਂ। ਪੇਟੀਆਂ ਤੇ ਬੂਟ ਸਾਡੇ ਹੱਥਾਂ 'ਚ ਸਨ। ਹੁਕਮ, ਭੱਜੋ, ਤੇ ਅਸੀਂ ਦੌੜਨ ਲੱਗ ਪਏ। ਕੁਝ ਮਿੰਟ ਭੱਜਣ ਪਿੱਛੋਂ ਨਵੇਂ ਢਾਰੇ। ਇੱਕ ਪੈਟਰੋਲ ਦਾ ਭਰਿਆ ਹੋਇਆ ਡਰਮ ਬੂਹੇ ਤੇ ਪਿਆ ਸੀ। ਇਹ ਸਾਡੇ ਲਈ ਰੋਗਾਣੂ ਰਹਿਤ ਕਰਨ ਲਈ ਸੀ। ਹਰ ਇੱਕ ਨੂੰ ਉਸ ਵਿੱਚ ਡੁਬੋਇਆ ਗਿਆ ਸੀ। ਫਿਰ ਗਰਮ ਪਾਣੀ। ਸਭ ਕੁਝ ਬੜੀ ਤੇਜ਼ੀ ਨਾਲ ਹੋ ਰਿਹਾ ਸੀ। ਜਿਉਂ ਹੀ ਅਸੀਂ ਗਰਮ ਪਾਣੀ ਨਾਲ ਨਹਾ ਕੇ ਨਿਕਲੇ, ਸਾਨੂੰ ਬਾਹਰ ਜਾਣ ਲਈ ਕਿਹਾ ਗਿਆ। ਹੋਰ ਦੌੜਨਾ ਸੀ। ਇੱਕ ਹੋਰ ਢਾਰਾ, ਉਹਦਾ ਸਟੋਰ। ਉੱਥੇ ਲੰਮੇ ਲੰਮੇ ਮੇਜ਼ ਪਏ ਸਨ। ਕੈਦੀਆਂ ਲਈ ਕੱਪੜਿਆਂ ਦੇ ਪਹਾੜ ਸਨ। ਕੈਦੀਆਂ ਲਈ ਅਸੀਂ ਭੱਜਦੇ ਰਹੇ। ਪਜਾਮੇ, ਕਮੀਜ਼ਾਂ ਤੇ ਹੋਰ ਪਹਿਰਾਵੇ ਸਾਡੇ ਵੱਲ ਸੁੱਟੇ ਜਾਂਦੇ ਰਹੇ। ਕੁਝ ਸਕਿੰਟਾਂ ਵਿੱਚ ਹੀ ਅਸੀਂ ਮਨੁੱਖ ਨਹੀਂ ਸਾਂ ਰਹੇ। ਜੇ ਉਸ ਵੇਲੇ ਹਾਲਾਤ ਗੰਭੀਰ ਨਾ ਹੁੰਦੇ, ਅਸੀਂ ਹੱਸ ਦੂਰੇ ਹੋ ਜਾਣਾ ਸੀ। ਸਾਨੂੰ ਕੱਪੜੇ ਹੀ ਇਹੋ ਜਿਹੇ ਦਿੱਤੇ ਗਏ ਸਨ, ਜਾਂ ਕਹੋ ਕਿ ਸਾਡੇ ਹਿੱਸੇ ਆਏ ਸਨ। ਮੀਰ ਕਾਟੇਜ, ਬਹੁਤ ਵੱਡਾ ਤੇ ਕੱਦਾਵਰ ਬੰਦੇ ਨੂੰ ਕਿਸੇ ਬੱਚੇ ਦਾ ਪਜਾਮਾ ਉਹਦੇ ਹਿੱਸੇ ਆਇਆ ਸੀ। ਇਹੋ ਜਿਹੇ ਕੱਪੜਿਆਂ ਤੇ ਹਾਸਾ ਵੀ ਆਇਆ। ਇੱਕ ਇਹੋ ਜਿਹਾ ਪਹਿਰਾਵਾ ਜਿਸ ਵਿੱਚ ਉਹ ਫਸ ਗਿਆ ਲੱਗਦਾ ਸੀ। ਅਸੀਂ ਇੱਕ ਦੂਜੇ ਨਾਲ ਅਦਲਾ ਬਦਲੀ ਸ਼ੁਰੂ ਕਰ ਦਿੱਤੀ ਸੀ। ਮੈਂ ਆਪਣੇ ਪਿਤਾ ਵੱਲ ਦੇਖਿਆ। ਕਿੰਨਾ ਬਦਲ ਗਏ ਸਨ। ਉਹਨਾਂ ਦੀਆਂ ਅੱਖਾਂ ਵਿੱਚੋਂ ਚਮਕ ਮੱਧਮ ਪੈ ਚੁੱਕੀ ਸੀ। ਮੈਂ ਉਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸਾਂ, ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਹਿਣਾ ਕੀ ਹੈ। ਰਾਤ ਬੀਤ ਚੁੱਕੀ ਸੀ। ਸਵੇਰ ਵਾਲਾ ਤਾਰਾ ਆਸਮਾਨ 'ਚ ਚਮਕ ਰਿਹਾ ਸੀ। ਮੈਂ ਵੀ ਕਿਸੇ ਹੋਰ ਕਿਸਮ ਦਾ ਹੀ ਮਨੁੱਖ ਬਣ ਚੁੱਕਾ ਸਾਂ। ਤਾਲਮਡ, ਯਹੂਦੀ ਆਸਥਾ ਦਾ ਵਿਦਿਆਰਥੀ, ਜਿਹੜਾ ਬੱਚਾ ਮੈਂ ਸਾਂ, ਉਹ ਅੱਗ ਦੀਆਂ ਲਾਟਾਂ 'ਚ ਸੜ ਚੁੱਕਾ ਸਾਂ। ਕਿਸੇ ਕਾਲੇ ਭਾਂਬੜ ਨੇ ਮੇਰੀ ਆਤਮਾ 'ਚ ਵੜ ਕੇ ਉਹਨੂੰ ਸਾੜ ਦਿੱਤਾ ਸੀ। ਪਿੱਛੇ ਰਹਿ ਗਿਆ ਸੀ ਇੱਕ ਆਕਾਰ ਜੋ ਮੇਰੇ ਵਰਗਾ ਲੱਗਦਾ ਸੀ। ਕੁਝ ਕੁ ਘੰਟਿਆਂ ਵਿੱਚ ਹੀ ਕਿੰਨਾ ਕੁਝ ਵਾਪਰ ਗਿਆ ਸੀ ਕਿ ਮੈਨੂੰ ਸਮੇਂ ਦੀ ਸੁੱਧ ਨਹੀਂ ਸੀ ਰਹੀ। ਅਸੀਂ ਆਪਣੇ ਘਰਾਂ ਤੋਂ ਕਿਹੜੇ ਵੇਲੇ ਚੱਲੇ ਸਾਂ? ਕੀ ਇੱਕ ਹਫ਼ਤਾ ਹੋਇਆ ਸੀ? ਤੇ ਬਸਤੀ ਤੇ ਗੱਡੀ? ਇੱਕ ਰਾਤ? ਕੀ ਇੱਕੋ ਰਾਤ ਵਿੱਚ ਅਸੀਂ ਉਸ ਬਰਫਾਨੀ ਹਵਾ 'ਚ ਕਿੰਨਾ ਚਿਰ ਖੜੇ ਰਹੇ ਸਾਂ? 1 ਘੰਟਾ? ਸਿਰਫ 1 ਘੰਟਾ? 60 ਮਿੰਟ? ਬਿਲਕੁਲ, ਇਹ ਤਾਂ ਸੁਪਨਾ ਹੀ ਸੀ। ਸਾਡੇ ਕੋਲੋਂ ਕੁਝ ਦੂਰੀ ਤੇ ਕੁਝ ਕੈਦੀ ਕੰਮ ਕਰ ਰਹੇ ਸਨ। ਕੁਝ ਟੋਏ ਪੁੱਟ ਰਹੇ ਸਨ, ਬਾਕੀ ਰੇਤਾ ਢੋ ਰਹੇ ਸਨ। ਉਹਨਾਂ ਵਿੱਚੋਂ ਕਿਸੇ ਨੇ ਵੀ ਸਾਡੇ ਵੱਲ ਦੇਖਿਆ ਤੱਕ ਨਹੀਂ। ਅਸੀਂ ਕਿੰਨੇ ਸਾਰੇ ਰੁੱਖਾਂ ਵਾਂਗ ਕਿਸੇ ਰੇਗਿਸਤਾਨ 'ਚ ਖੜੇ ਸਾਂ। ਮੇਰੇ ਪਿਛਲੇ ਪਾਸੇ ਕੁਝ ਲੋਕ ਗੱਲਾਂ ਕਰ ਰਹੇ ਸਨ। ਮੇਰੀ ਭੋਰਾ ਭਰ ਵੀ ਮਨਸ਼ਾ ਨਹੀਂ ਸੀ ਕਿ ਸੁਣਾ ਉਹ ਕੀ ਗੱਲਾਂ ਕਰ ਰਹੇ ਨੇ। ਕੌਣ ਗੱਲਾਂ ਕਰ ਰਿਹਾ ਸੀ ਤੇ ਉਹ ਕੀ ਕਹਿ ਰਿਹਾ ਸੀ? ਕਿਸੇ ਨੇ ਵੀ ਉੱਚੀ ਆਵਾਜ਼ 'ਚ ਗੱਲ ਕਰਨ ਦੀ ਜੁਰਤ ਨਹੀਂ ਸੀ ਕੀਤੀ, ਜਦਕਿ ਸਾਡੇ ਨੇੜੇ ਤੇੜੇ ਕੋਈ ਇੰਚਾਰਜ ਵੀ ਨਹੀਂ ਸੀ। ਲੋਕ ਅਣਸੁਣੀ ਆਵਾਜ਼ 'ਚ ਗੱਲਾਂ ਕਰ ਰਹੇ ਸਨ। ਸ਼ਾਇਦ ਇਹ ਸੰਘਣੇ ਧੂਏਂ ਕਰਕੇ ਸੀ, ਜਿਹੜਾ ਸੰਘ ਦੇ ਅਸਰ ਕਰਦਾ ਸੀ ਤੇ ਜਿਸ ਨਾਲ ਹਵਾ ਜ਼ਹਿਰੀਲੀ ਹੋ ਜਾਂਦੀ ਸੀ। ਸਾਨੂੰ ਨਵੇਂ ਢਾਰੇ 'ਚ ਜਾਣ ਲਈ ਕਿਹਾ ਗਿਆ, ਜਿਸ ਨੂੰ ਜਿਪਸੀ ਕੈਂਪ ਕਹਿੰਦੇ ਸਨ। ਅਸੀਂ 5 ਵਾਲੀਆਂ ਕਤਾਰਾਂ 'ਚ ਜਾ ਰਹੇ ਸਾਂ, ਤੇ ਹੁਣ ਤੁਸੀਂ ਇੱਥੇ ਹੀ ਰਹੋਗੇ, ਇਹੋ ਹੁਕਮ ਸੀ। ਢਾਰੇ 'ਚ ਕੋਈ ਫਰਸ਼ ਨਹੀਂ ਸੀ, ਇੱਕ ਛੱਤ ਤੇ 4 ਦੀਵਾਰਾਂ। ਸਾਡੇ ਪੈਰ ਗਾਰੇ 'ਚ ਖੁੱਭੇ ਹੋਏ ਸਨ। ਹੁਣ ਦੂਜੀ ਉਡੀਕ ਦੀ ਵਾਰੀ ਸੀ। ਮੈਨੂੰ ਖੜੇ ਖੜੇ ਨੂੰ ਹੀ ਨੀਂਦ ਆ ਗਈ।
ਮੈਨੂੰ ਸੁਪਨੇ 'ਚ ਆਪਣਾ ਮੰਜਾ ਦਿਖ ਰਿਹਾ ਸੀ ਤੇ ਮਾਂ ਦੇ ਪਿਆਰ ਭਰੇ ਹੱਥ ਦੀ ਛੋਹ ਮਹਿਸੂਸ ਹੋ ਰਹੀ ਸੀ। ਤੇ ਫਿਰ ਮੈਨੂੰ ਜਾਗ ਆ ਗਈ। ਮੈਂ ਉੱਥੇ ਹੀ ਖੜਾ ਸਾਂ ਤੇ ਮੇਰੇ ਪੈਰ ਗਾਰੇ 'ਚ ਸਨ। ਕੁਝ ਲੋਕ ਜਿੱਥੇ ਖੜੇ ਸਨ ਉੱਥੇ ਡਿੱਗ ਪਏ ਸਨ, ਕੁਝ ਦੂਜੇ ਚੀਕ ਰਹੇ ਸਨ, ਤੂੰ ਪਾਗਲ ਤਾਂ ਨਹੀਂ ਹੋ ਗਿਆ? ਸਾਨੂੰ ਖੜੇ ਰਹਿਣ ਲਈ ਕਿਹਾ ਗਿਆ ਸੀ ਤੇ ਤੂੰ ਸਾਨੂੰ ਸਾਰਿਆਂ ਨੂੰ ਕਿਸੇ ਵੱਡੀ ਮੁਸੀਬਤ 'ਚ ਪਾ ਦੇਂਗਾ। ਜਿਵੇਂ ਦੁਨੀਆ ਦੀਆਂ ਸਾਰੀਆਂ ਮੁਸੀਬਤਾਂ ਜੇ ਸਾਡੇ ਸਾਰਿਆਂ ਦੇ ਸਿਰਾਂ ਤੇ ਨਹੀਂ ਸੀ ਟੁੱਟੀਆਂ। ਇੱਕ ਇੱਕ ਕਰਕੇ ਅਸੀਂ ਸਾਰੇ ਗਾਰੇ 'ਚ ਬੈਠ ਗਏ ਸਾਂ, ਪਰ ਸਾਨੂੰ ਕੁਝ ਸਮੇਂ ਪਿੱਛੋਂ ਅਚਾਨਕ ਉੱਠ ਕੇ ਖੜੇ ਹੋਣਾ ਪੈਂਦਾ ਸੀ। ਜਦੋਂ ਵੀ ਕੋਈ ਕਾਪੋ ਆਉਂਦਾ, ਉਹ ਇਹ ਦੇਖਣ ਆਉਂਦਾ ਕਿ ਕਿਸੇ ਕੋਲ ਨਵੇਂ ਬੂਟ ਤਾਂ ਨਹੀਂ ਸਨ। ਜੇ ਕਿਸੇ ਕੋਲ ਸਨ ਵੀ ਤਾਂ ਉਹ ਉਹਨੂੰ ਦੇਣੇ ਪੈਣੇ ਸਨ। ਇਸ ਗੱਲ ਦਾ ਵਿਰੋਧ ਕਰਨ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਮਾਰ ਪੈਣੀ ਸ਼ੁਰੂ ਹੋ ਜਾਣੀ ਸੀ ਤੇ ਅਖੀਰ 'ਚ ਬੂਟ ਵੀ ਦੇਣੇ ਹੀ ਪੈਣੇ ਸਨ। ਮੇਰੇ ਕੋਲ ਨਵੇਂ ਬੂਟ ਸਨ, ਪਰ ਉਹ ਤਾਂ ਗਾਰੇ 'ਚ ਲੱਥ-ਪੱਥ ਹੋਏ ਸਨ। ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਿਆ। ਮੈਂ ਰੱਬ ਦਾ ਸ਼ੁਕਰ ਕੀਤਾ। ਮੈਂ ਸੋਧੀ ਹੋਈ ਅਰਦਾਸ ਕੀਤੀ ਕਿ ਰੱਬ ਨੇ ਆਪਣੀ ਕਾਇਨਾਤ ਵਿੱਚ ਇਹ ਗਾਰਾ ਵੀ ਪੈਦਾ ਕਰ ਦਿੱਤਾ ਸੀ। ਅਚਾਨਕ ਚੁੱਪ ਤੰਗ ਕਰਨ ਲੱਗ ਪਈ ਸੀ। ਇੱਕ ਜਰਮਨ ਅਫਸਰ ਅੰਦਰ ਆ ਗਿਆ ਤੇ ਉਸ ਦੇ ਨਾਲ ਹੀ ਮੌਤ ਦਾ ਮੁਸ਼ਕ ਵੀ ਆ ਪਹੁੰਚਿਆ। ਅਸੀਂ ਉਹਦੇ ਮੋਟੇ ਬੁੱਲਾਂ ਤੇ ਨਜ਼ਰਾਂ ਗੱਡ ਦਿੱਤੀਆਂ। ਉਹਨੇ ਆਉਣ ਸਾਰ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਤੁਸੀਂ ਸਾਰੇ ਇੱਕ ਨਜ਼ਰਬੰਦੀ ਕੈਂਪ ਔਸਵਿਟਸ ਵਿੱਚ ਨਜ਼ਰਬੰਦ ਹੋ। ਇੱਕ ਵਕਫਾ। ਉਹਨੇ ਆਪਣੇ ਸ਼ਬਦਾਂ ਦਾ ਅਸਰ ਦੇਖਣ ਲਈ ਸਾਡੇ ਵੱਲ ਵੇਖਿਆ ਕਿ ਉਹਨਾਂ ਦਾ ਸਾਡੇ 'ਤੇ ਕੀ ਅਸਰ ਹੋਇਆ। ਉਹਦਾ ਚਿਹਰਾ ਮੇਰੀਆਂ ਯਾਦਾਂ 'ਚ ਅੱਜ ਵੀ ਉਵੇਂ ਹੀ ਸੱਜ ਰਿਹਾ। ਇੱਕ ਲੰਮਾ ਬੰਦਾ, ਉਮਰ ਕੋਈ 30 ਕੁ ਸਾਲ, ਗੁਨਾਹ ਜਿਵੇਂ ਉਹਦੇ ਭਰਵੱਟਿਆਂ 'ਤੇ ਲਿਖਿਆ ਹੋਇਆ ਸੀ। ਉਹਦੀਆਂ ਅੱਖਾਂ ਵਿੱਚੋਂ ਵੀ ਗੁਨਾਹ ਹੀ ਝਲਕਦਾ ਸੀ। ਉਹ ਸਾਡੇ ਵੱਲ ਇੰਝ ਵੇਖ ਰਿਹਾ ਸੀ ਜਿਵੇਂ ਅਸੀਂ ਅਪਾਹਜ ਕੁੱਤੇ ਹੋਈਏ, ਜਿਵੇਂ ਅਸੀਂ ਆਪਣੇ ਜੀਵਨ ਨੂੰ ਫੜ ਕੇ ਲਮਕਦੇ ਹੋਈਏ। ਯਾਦ ਰੱਖੋ, ਉਹਨੇ ਕਹਿਣਾ ਜਾਰੀ ਰੱਖਿਆ, ਹਮੇਸ਼ਾ ਲਈ ਇਹ ਗੱਲ ਯਾਦ ਰੱਖੋ। ਆਪਣੇ ਦਿਮਾਗ 'ਚ ਇਸ ਗੱਲ ਨੂੰ ਕੁਰੇਦ ਕੇ ਰੱਖੋ ਕਿ ਤੁਸੀਂ ਔਸਵਿਟਸ ਵਿੱਚ ਹੋ ਤੇ ਔਸਵਿਟਸ ਕੋਈ ਆਰਾਮ ਘਰ ਨਹੀਂ ਹੈ। ਇਹ ਨਜ਼ਰਬੰਦੀ ਵਾਲਾ ਕੈਂਪ ਹੈ। ਇੱਥੇ ਤੁਹਾਨੂੰ ਕੰਮ ਕਰਨਾ ਪਏਗਾ, ਜੇ ਨਹੀਂ ਤਾਂ ਭੱਠੀ 'ਚ ਜਾਣਾ ਪਏਗਾ, ਸੜ ਜਾਣਾ ਪਏਗਾ। ਕੰਮ ਕਰੋ ਜਾਂ ਸੜ ਜਾਓ, ਤੁਹਾਡੀ ਮਰਜ਼ੀ। ਅਸੀਂ ਉਸ ਰਾਤ ਕਿੰਨਾ ਕੁਝ ਭੁਗਤ ਚੁੱਕੇ ਸਾਂ। ਅਸੀਂ ਸੋਚਿਆ ਕਿ ਹੁਣ ਸਾਨੂੰ ਕੁਝ ਵੀ ਡਰਾ ਨਹੀਂ ਸਕਦਾ, ਪਰ ਉਹਦੇ ਤਰਾਸ਼ੇ ਹੋਏ ਤਿੱਖੇ ਸ਼ਬਦਾਂ ਨੇ ਸਾਨੂੰ ਕਾਂਬਾ ਛੇੜ ਦਿੱਤਾ। ਇੱਥੇ ਭੱਠੀ ਦਾ ਮਤਲਬ ਕੋਈ ਥੋਥਾ ਮਤਲਬ ਨਹੀਂ ਸੀ। ਇਹ ਤਾਂ ਹਵਾ ਵਿੱਚ ਸੰਘਣੇ ਧੂਏ ਨਾਲ ਮਿਲ ਕੇ ਫੈਲ ਰਿਹਾ ਸੀ। ਸ਼ਾਇਦ ਇੱਕੋ ਇੱਕ ਸ਼ਬਦ ਅਜਿਹਾ ਸੀ ਜਿਹਦਾ ਮਤਲਬ ਅਸਲੀ ਸੀ। ਇੱਥੇ ਉਹ ਢਾਰੇ ਤੋਂ ਬਾਹਰ ਚਲਾ ਗਿਆ ਸੀ ਤੇ ਕਾਪੋ ਰੋਂਦੇ ਰੋਂਦੇ ਅੰਦਰ ਆ ਗਿਆ। ਸਾਰੇ ਕੁਸ਼ਲ ਕਾਮੇ, ਜਿੰਦਰੇ ਠੀਕ ਕਰਨ ਵਾਲੇ, ਬਿਜਲੀ ਦਾ ਕੰਮ ਕਰਨ ਵਾਲੇ, ਘੜੀ ਸਾਜ਼ ਇੱਕ ਕਦਮ ਅੱਗੇ ਆ ਜਾਣ। ਸਾਨੂੰ ਬਾਕੀ ਬੱਚਿਆਂ ਨੂੰ ਦੂਜੇ ਢਾਰੇ 'ਚ ਜਾਣ ਦੇ ਹੁਕਮ ਹੋਏ। ਇਸ ਵਾਰ ਇਹ ਢਾਰਾ ਪੱਥਰਾਂ ਦਾ ਬਣਿਆ ਹੋਇਆ ਸੀ। ਇਸ ਢਾਰੇ 'ਚ ਕੋਈ ਜਲਾਵਤਨ ਕੀਤਾ ਹੋਇਆ ਜਿਪਸੀ ਸਾਡਾ ਇੰਚਾਰਜ ਸੀ। ਉੱਥੇ ਸਾਨੂੰ ਬੈਠਣ ਦੀ ਆਗਿਆ ਮਿਲ ਗਈ ਸੀ। ਮੇਰੇ ਪਿਤਾ ਜੀ ਨੂੰ ਅਚਾਨਕ ਹਾਜਤ ਹੋਈ ਤਾਂ ਉਹਨਾਂ ਨੇ ਹਲਕਾ ਹੋਣ ਲਈ ਜਾਣਾ ਸੀ। ਉੱਠ ਕੇ ਉਸ ਜਿਪਸੀ ਕੋਲ ਚਲੇ ਗਏ। ਉਹਨਾਂ ਨੇ ਬੜੀ ਹਲੀਮੀ ਨਾਲ ਉਸ ਤੋਂ ਜਰਮਨ ਭਾਸ਼ਾ 'ਚ ਪੁੱਛਿਆ, ਮਾਫ਼ ਕਰਨਾ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਗੁਸਲਖਾਨੇ ਕਿੱਥੇ ਨੇ? ਉਸ ਜਿਪਸੀ ਨੇ ਪਿਤਾ ਨੂੰ ਉੱਤੋਂ ਲੈ ਕੇ ਹੇਠਾਂ ਤੱਕ ਦੇਖਿਆ, ਜਿਵੇਂ ਉਹ ਆਪਣੀ ਤਸੱਲੀ ਕਰਨਾ ਚਾਹੁੰਦਾ ਹੋਵੇ ਕਿ ਇਹ ਜਿਹੜਾ ਮੈਨੂੰ ਪੁੱਛ ਰਿਹਾ ਹੈ ਇਹ ਸੱਚਮੁੱਚ ਹੀ ਹੱਡ ਮਾਸ ਵਾਲਾ ਮਨੁੱਖ ਹੈ, ਕਿ ਇਹ ਜਿਉਂਦਾ ਜਾਗਦਾ ਮਨੁੱਖ ਹੀ ਹੈ ਜਿਹਨੂੰ ਢਿੱਡ ਲੱਗਾ ਹੋਇਆ ਤੇ ਇਹਦਾ ਜਿਸਮ ਵੀ ਹੈ, ਜਿਵੇਂ ਉਹ ਅਚਾਨਕ ਕਿਸੇ ਗੂੜੀ ਨੀਂਦ 'ਚੋਂ ਜਾਗਿਆ ਹੋਵੇ। ਤਾਂ ਉਹਨੇ ਮੇਰੇ ਪਿਤਾ ਦੇ ਇੰਨਾ ਖਿੱਚ ਕੇ ਥੱਪੜ ਮਾਰਿਆ ਕਿ ਉਹ ਗੋਡਿਆਂ ਭਾਰ ਤੇ ਹੱਥਾਂ ਭਾਰ ਹੋ ਕੇ ਡਿੱਗ ਪਏ। ਮੈਂ ਹਿੱਲਿਆ ਤੱਕ ਨਹੀਂ ਸੀ। ਇਹ ਮੈਨੂੰ ਕੀ ਹੋ ਗਿਆ ਸੀ? ਮੇਰੇ ਪਿਤਾ ਨੂੰ ਮੇਰੀਆਂ ਅੱਖਾਂ ਸਾਹਮਣੇ ਮਾਰਿਆ ਗਿਆ ਸੀ ਤੇ ਮੈਂ ਇੱਕ ਅੱਖ ਵੀ ਨਹੀਂ ਸੀ ਝਪਕੀ। ਮੈਂ ਦੇਖਦਾ ਰਿਹਾ, ਕੁਝ ਵੀ ਨਾ ਬੋਲਿਆ। ਬੀਤੇ ਕੱਲ ਜੇ ਇਹੋ ਕੁਝ ਹੋਇਆ ਹੁੰਦਾ ਤਾਂ ਉਸ ਬੰਦੇ ਦੇ ਸਰੀਰ 'ਚ ਮੈਂ ਆਪਣੇ ਸਾਰੇ ਨਹੁੰ ਖੁਬੋ ਦੇਣੇ ਸਨ। ਤਾਂ ਕਿ ਮੈਂ ਇੰਨਾ ਬਦਲ ਗਿਆ ਸਾਂ? ਮੈਨੂੰ ਇਹ ਸਿਰਫ ਖਿਆਲ ਹੀ ਆਇਆ ਸੀ। ਮੈਂ ਇਸ ਲਈ ਉਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰਾਂਗਾ। ਮੇਰੇ ਪਿਤਾ ਜੀ ਨੇ ਮੇਰੀਆਂ ਭਾਵਨਾਵਾਂ ਪੜ੍ਹ ਲਈਆਂ ਹੋਣਗੀਆਂ। ਹੁਣ ਮੈਨੂੰ ਆਪਣੇ ਪਛਤਾਵੇ ਨੇ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਮੈਂ ਤਾਂ ਸਿਰਫ ਸੋਚਿਆ ਹੀ ਸੀ ਕਿ ਮੈਂ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਾਂਗਾ। ਉਹਨਾਂ ਨੇ ਮੇਰੇ ਕੰਨ 'ਚ ਹੌਲੀ ਜਿਹੀ ਕਿਹਾ, ਮੈਨੂੰ ਕੋਈ ਦਰਦ ਨਹੀਂ ਸੀ ਹੋਇਆ। ਉਹਨਾਂ ਦੀ ਗੱਲ ਤੇ ਉਹਦੇ ਥੱਪੜ ਦਾ ਨਿਸ਼ਾਨ ਅਜੇ ਵੀ ਹੈ ਸੀ। ਸਾਰੇ ਬਾਹਰ ਨਿਕਲੋ। 10 ਹੋਰ ਜਿਪਸੀ ਉਹਦੀ ਮਦਦ ਲਈ ਆ ਪਹੁੰਚੇ ਸਨ। ਛਾਂਟਿਆਂ ਤੇ ਡੰਡਿਆਂ ਦੀ ਮਾਰ ਮੇਰੇ ਆਲੇ ਦੁਆਲੇ ਪੈ ਰਹੀ ਸੀ। ਮੇਰੇ ਪੈਰ ਬਿਨਾਂ ਕਿਸੇ ਅਹਿਸਾਸ ਤੋਂ ਆਪੇ ਭੱਜੇ ਜਾ ਰਹੇ ਸਨ। ਮੈਂ ਦੂਜਿਆਂ ਦੇ ਪਿੱਛੇ ਲੁਕ ਲੁਕਾ ਕੇ ਆਪਣੇ ਆਪ ਨੂੰ ਮਾਰ ਤੋਂ ਬਚਾ ਰਿਹਾ ਸਾਂ।
ਬਸੰਤ ਰੁੱਤ ਦੀ ਧੁੱਪ ਨਿਕਲ ਆਈ ਸੀ। ਪੰਜਾਂ ਵਾਲੀ ਕਤਾਰ। ਉਹ ਕੈਦੀ ਜਿਨ੍ਹਾਂ ਨੂੰ ਮੈਂ ਸਵੇਰੇ ਇੱਕ ਪਾਸੇ ਕੰਮ ਕਰਦਿਆਂ ਵੇਖਿਆ ਸੀ, ਉਹਨਾਂ ਕੋਲ ਕੋਈ ਗਾਰਡ ਵੀ ਨਹੀਂ ਸੀ ਖੜਾ ਹੋਇਆ, ਪਰ ਚਿਮਨੀਆਂ ਦੇ ਪਰਛਾਵੇਂ ਸਨ। ਮੇਰੇ ਸੁਪਨੇ ਤੇ ਤਿੱਖੀ ਧੁੱਪ ਨਾਲ ਮੇਰੀਆਂ ਅੱਖਾਂ ਚੁੰਧਿਆ ਗਈਆਂ ਸਨ। ਮੈਨੂੰ ਲੱਗਿਆ ਜਿਵੇਂ ਕੋਈ ਮੇਰੀ ਕਮੀਜ਼ ਨੂੰ ਖਿੱਚ ਰਿਹਾ ਹੋਵੇ। ਇਹ ਮੇਰੇ ਪਿਤਾ ਜੀ ਸਨ। ਆ ਜਾ ਬੇਟਾ। ਅਸੀਂ ਮਾਰਚ ਕਰਦੇ ਜਾ ਰਹੇ ਸਾਂ। ਬੂਹੇ ਖੁੱਲ੍ਹੇ ਤੇ ਖੁੱਲ੍ਹ ਕੇ ਫੇਰ ਬੰਦ ਹੋ ਗਏ। ਅਸੀਂ ਹੁਣ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਸਾਡੇ ਦੋਹੀਂ ਪਾਸੇ ਸਨ ਦੇ ਵਿਚਕਾਰੋਂ ਜਾ ਰਹੇ ਸਾਂ। ਹਰ ਕਦਮ ਤੇ ਇੱਕ ਚਿੱਟੇ ਰੰਗ ਦਾ ਬੋਰਡ ਸੀ, ਜਿਸ ਤੇ ਇੱਕ ਖੋਪੜੀ ਦਾ ਨਿਸ਼ਾਨ ਬਣਿਆ ਹੋਇਆ ਸੀ, ਜਿਹੜਾ ਸਾਡੇ ਵੱਲ ਵੇਖ ਰਿਹਾ ਸੀ। ਲਿਖਿਆ ਸੀ, ਸਾਵਧਾਨ। ਮੌਤ ਦਾ ਡਰ। ਕੋਈ ਮਜ਼ਾਕ? ਕੀ ਕੋਈ ਇਹੋ ਜਿਹੀ ਇੱਕ ਵੀ ਥਾਂ ਸੀ ਸਾਰੇ ਪਾਸੇ ਜਿੱਥੇ ਤੁਹਾਨੂੰ ਮੌਤ ਦਾ ਡਰ ਨਹੀਂ ਸੀ? ਉਹ ਜਿਪਸੀ ਇੱਕ ਦੂਜੇ ਢਾਰੇ ਅੱਗੇ ਜਾ ਕੇ ਰੁਕ ਗਏ। ਉਹਨਾਂ ਦੀ ਥਾਂ ਹੁਣ ਜਰਮਨ ਫੌਜੀ ਆ ਗਏ ਸਨ, ਜਿਨ੍ਹਾਂ ਨੇ ਸਾਨੂੰ ਘੇਰਾ ਪਾ ਲਿਆ ਸੀ। ਪਿਸਤੌਲ, ਮਸ਼ੀਨ ਗੰਨਾਂ ਤੇ ਪੁਲਿਸ ਦੇ ਕੁੱਤੇ। ਮਾਰਚ ਕੋਈ ਅੱਧਾ ਘੰਟਾ ਹੁੰਦਾ ਰਿਹਾ ਸੀ। ਮੈਂ ਇੱਧਰ ਉੱਧਰ ਮੁੜ ਕੇ ਦੇਖਿਆ ਤਾਂ ਕੰਡਿਆਲੀਆਂ ਤਾਰਾਂ ਸਾਡੇ ਪਿੱਛੇ ਸਨ। ਅਸੀਂ ਕੈਂਪ ਤੋਂ ਬਾਹਰ ਆ ਗਏ ਸਾਂ। ਇਹ ਅਪ੍ਰੈਲ ਦਾ ਬੜਾ ਸੋਹਣਾ ਦਿਨ ਸੀ। ਬਸੰਤ ਦੀ ਖੁਸ਼ਬੂ ਹਵਾ 'ਚ ਰੁਮਕਦੀ ਸੀ। ਪੱਛਮ 'ਚ ਸੂਰਜ ਹੇਠਾਂ ਜਾ ਰਿਹਾ ਸੀ। ਦਿਨ ਢਲ ਰਿਹਾ ਸੀ। ਅਜੇ ਅਸੀਂ ਕੁਝ ਪਲਾਂ ਲਈ ਹੀ ਮਾਰਚ ਕੀਤਾ ਹੋਏਗਾ ਜਦੋਂ ਸਾਨੂੰ ਦੂਜੇ ਕੈਂਪ ਦੀਆਂ ਕੰਡਿਆਲੀਆਂ ਤਾਰਾਂ ਦਿਸੀਆਂ। ਉਹਦੇ ਵੱਡੇ ਲੋਹੇ ਦੇ ਬੂਹੇ ਤੇ ਲੋਹੇ ਦੇ ਅੱਖਰਾਂ ਨਾਲ ਲਿਖਿਆ ਹੋਇਆ ਸੀ, ਕੰਮ ਹੀ ਆਜ਼ਾਦੀ ਹੈ, ਔਸਵਿਟਸ। ਪਹਿਲਾ ਖਿਆਲ, ਇਹ ਥਾਂ ਬਿਰਕਨਾਊ ਤੋਂ ਤਾਂ ਚੰਗੀ ਸੀ। ਇੱਥੇ ਦੁਮੰਜ਼ਲੀਆਂ ਇਮਾਰਤਾਂ ਸਨ, ਬਜਰੀ ਦੀਆਂ ਬਣੀਆਂ ਬੈਰਕਾਂ ਸਨ, ਜਦੋਂ ਕਿ ਉੱਥੇ ਲੱਕੜ ਦੇ ਬਣੇ ਢਾਰੇ। ਇੱਥੇ ਤਾਂ ਛੋਟੇ ਛੋਟੇ ਬਾਗ ਬਗੀਚੇ ਵੀ ਸਨ। ਸਾਨੂੰ ਇੱਕ ਜੇਲ੍ਹਖਾਨੇ 'ਚ ਲਿਜਾਇਆ ਗਿਆ। ਬੂਹੇ ਦੇ ਬਾਹਰ ਬੈਠਿਆਂ ਸਾਨੂੰ ਚੋਣ ਲਈ ਉਸ ਸਿਲਸਿਲੇ ਵਿੱਚੋਂ ਗੁਜ਼ਰਨਾ ਪਿਆ। ਹਰ ਪਲ ਕਿਸੇ ਨਾ ਕਿਸੇ ਨੂੰ ਅੰਦਰ ਜਾਣਾ ਪੈਂਦਾ ਸੀ। ਇੱਥੇ ਫੁਹਾਰੇ ਲੱਗੇ ਸਨ। ਇਸ ਕੈਂਪ 'ਚ ਅੰਦਰ ਜਾਣ ਤੋਂ ਪਹਿਲਾਂ ਫੁਹਾਰਿਆਂ ਹੇਠਾਂ ਨਹਾ ਕੇ ਅੰਦਰ ਜਾਣਾ ਪੈਂਦਾ ਸੀ। ਜੇ ਕੋਈ ਇੱਕ ਤੋਂ ਦੂਜੇ ਕੈਦਖਾਨੇ ਜਾਣਾ ਹੁੰਦਾ ਸੀ ਤਾਂ ਵੀ ਨਹਾ ਕੇ ਹੀ ਜਾਣਾ ਪੈਂਦਾ ਸੀ। ਭਾਵੇਂ ਦਿਨ 'ਚ ਕਈ ਵਾਰ ਜਾਣਾ ਕਿਉਂ ਨਾ ਪਵੇ, ਤਾਂ ਵੀ ਹਰ ਵਾਰ ਫੁਹਾਰਿਆਂ ਹੇਠੋਂ ਲੰਘਣਾ ਜ਼ਰੂਰੀ ਸੀ। ਗਰਮ ਪਾਣੀ ਨਾਲ ਨਹਾਉਣ ਤੋਂ ਪਿੱਛੋਂ ਅਸੀਂ ਠੁਰ ਠੁਰ ਕਰਦੇ ਰਾਤ ਨੂੰ ਖੁੱਲ੍ਹੀ ਥਾਂ ਖੜੇ ਸਾਂ। ਸਾਡੇ ਕੱਪੜੇ ਪਿਛਲੇ ਬਲਾਕ 'ਚ ਰਹਿ ਗਏ ਸਨ। ਸਾਨੂੰ ਹੋਰ ਕੱਪੜੇ ਦੇਣ ਲਈ ਕਿਹਾ ਗਿਆ ਸੀ ਤੇ ਅਸੀਂ ਉਡੀਕ ਰਹੇ ਸਾਂ। ਅੱਧੀ ਕੁ ਰਾਤ ਵੇਲੇ ਸਾਨੂੰ ਭੱਜਣ ਲਈ ਕਿਹਾ ਗਿਆ। ਹੋਰ ਤੇਜ਼, ਸਾਡੇ ਗਾਰਡਾਂ ਨੇ ਕਿਹਾ। ਜਿੰਨੀ ਤੇਜ਼ ਦੌੜੋਗੇ ਉਨੀ ਛੇਤੀ ਤੁਹਾਨੂੰ ਸੌਣਾ ਮਿਲੇਗਾ। ਕੁਝ ਮਿੰਟਾਂ ਦੀ ਇਸ ਦੌੜ ਭੱਜ ਪਿੱਛੋਂ ਅਸੀਂ ਦੂਜੇ ਬਲਾਕ ਦੇ ਸਾਹਮਣੇ ਪਹੁੰਚ ਗਏ ਸਾਂ। ਕੈਦੀਆਂ ਦਾ ਇੰਚਾਰਜ ਸਾਡੀ ਉਡੀਕ ਕਰ ਰਿਹਾ ਸੀ। ਉਹ ਇੱਕ ਜਵਾਨ ਸੀ ਤੇ ਪੋਲੈਂਡ ਦੇ ਰਹਿਣ ਵਾਲਾ ਸੀ। ਉਹ ਮੁਸਕਰਾਇਆ ਤੇ ਉਹਨੇ ਕਹਿਣਾ ਸ਼ੁਰੂ ਕੀਤਾ। ਅਸੀਂ ਭਾਵੇਂ ਥੱਕੇ ਹੋਏ ਸਾਂ, ਫਿਰ ਵੀ ਧਿਆਨ ਨਾਲ ਉਹਨੂੰ ਸੁਣਿਆ। ਸਾਥੀਓ, ਤੁਸੀਂ ਇਸ ਨਜ਼ਰਬੰਦ ਕੈਂਪ 'ਚ ਹੋ। ਔਸਵਿਟਸ ਤੁਹਾਡੇ ਅੱਗੇ ਦੁੱਖਾਂ ਨਾਲ ਭਰਿਆ ਇੱਕ ਲੰਮਾ ਰਸਤਾ ਹੈ, ਪਰ ਤੁਸੀਂ ਹਿੰਮਤ ਨਾ ਹਾਰਿਓ। ਤੁਸੀਂ ਪਹਿਲਾਂ ਹੀ ਇੱਕ ਵੱਡਾ ਖਤਰਾ ਪਾਰ ਕਰ ਚੁੱਕੇ ਹੋ। ਉਹ ਸੀ ਚੋਣ। ਹੁਣ ਆਪਣੀ ਹਿੰਮਤ ਤੇ ਭਰੋਸਾ ਰੱਖੋ ਤੇ ਦਿਲ ਛੋਟਾ ਨਾ ਕਰੋ। ਅਸੀਂ ਸਾਰੇ ਇੱਕ ਦਿਨ ਆਜ਼ਾਦੀ ਜ਼ਰੂਰ ਦੇਖਾਂਗੇ। ਜੀਵਨ 'ਚ ਭਰੋਸਾ ਰੱਖੋ। ਸਭ ਤੋਂ ਉੱਤੇ ਭਰੋਸਾ ਰੱਖੋ। ਉਦਾਸੀ ਨੂੰ ਦੂਰ ਰੱਖੋ। ਇੰਜ ਤੁਸੀਂ ਆਪਣੀ ਮੌਤ ਨੂੰ ਵੀ ਦੂਰ ਰੱਖ ਸਕੋਗੇ। ਨਰਕ ਸਦੀਵੀ ਨਹੀਂ ਹੁੰਦਾ ਤੇ ਹੁਣ ਇੱਕ ਅਰਦਾਸ, ਸਗੋਂ ਇੱਕ ਨਸੀਹਤ, ਆਪਸ ਵਿੱਚ ਮਿਲਵਰਤਨ ਰੱਖੋ। ਅਸੀਂ ਸਾਰੇ ਆਪਸ 'ਚ ਇੱਕ ਦੂਜੇ ਦੇ ਭਰਾ ਹੀ ਹਾਂ। ਅਸੀਂ ਸਾਰੇ ਮਿਲ ਕੇ ਇੱਕੋ ਜਿਹਾ ਹੀ ਦੁੱਖ ਭੋਗ ਰਹੇ ਹਾਂ। ਇੱਕੋ ਜਿਹਾ ਧੂੰਆਂ ਸਾਡੇ ਸਾਰਿਆਂ ਦੇ ਸਿਰਾਂ ਤੇ ਘੁੰਮ ਰਿਹਾ ਹੈ। ਇੱਕ ਦੂਜੇ ਨੂੰ ਮਦਦ ਕਰੋ। ਜਿਉਂਦੇ ਰਹਿਣ ਲਈ ਇਹ ਇੱਕੋ ਇੱਕ ਤਰੀਕਾ ਹੈ। ਬਹੁਤ ਹੋ ਗਿਆ। ਤੁਸੀਂ ਥੱਕੇ ਹੋਏ ਹੋ, ਸੁਣੋ। ਤੁਸੀਂ ਬਲਾਕ ਨੰਬਰ 17 'ਚ ਹੋ। ਮੈਂ ਇੱਥੇ ਬੰਦੋਬਸਤ ਕਰਨ ਦਾ ਜ਼ਿੰਮੇਵਾਰ ਹਾਂ। ਕਿਸੇ ਨੂੰ ਵੀ ਕਿਸੇ ਨਾਲ ਕੋਈ ਸ਼ਿਕਾਇਤ ਹੋਵੇ ਤਾਂ ਮੈਨੂੰ ਆ ਕੇ ਮਿਲੇ। ਹੁਣ ਇੱਥੇ ਹੀ ਬਸ। ਤੁਸੀਂ ਹੁਣ ਸੌਂ ਜਾਓ। 2 ਬੰਦੇ ਇੱਕ ਬੰਕ ਲੱਕੜ ਦੇ ਫੱਟਿਆਂ ਦੇ ਬਣੇ ਉੱਪਰ ਹੇਠਾਂ ਫੱਟੇ ਲਾ ਕੇ ਸੌਣ ਲਈ ਬਣੇ ਹੋਏ। ਚੰਗਾ, ਸ਼ੁਭ ਰਾਤ। ਪਹਿਲੇ ਮਨੁੱਖੀ ਸ਼ਬਦ। ਜਿਉਂ ਹੀ ਅਸੀਂ ਆਪੋ ਆਪਣੇ ਬੰਕ 'ਚ ਵੜੇ ਤਾਂ ਸਾਨੂੰ ਪੈਣ ਸਾਰੀ ਨੀਂਦ ਆ ਗਈ, ਗੂੜੀ ਨੀਂਦ। ਅਗਲੀ ਸਵੇਰ ਤਜਰਬੇਕਾਰ ਕੈਦੀਆਂ ਨੇ ਸਾਨੂੰ ਬਿਨਾਂ ਕਿਸੇ ਮਾਰ ਕੁੱਟ ਦੇ ਸਲੂਕ ਕੀਤਾ। ਅਸੀਂ ਧੋਣ ਵਾਲੀ ਥਾਂ ਗਏ। ਸਾਨੂੰ ਕੱਪੜੇ ਦਿੱਤੇ ਗਏ। ਸਾਡੇ ਲਈ ਕਾਲੀ ਕੌਫੀ ਪਹੁੰਚ ਗਈ। ਅਸੀਂ ਬਲਾਕ ਤੋਂ ਕੋਈ 10 ਕੁ ਵਜੇ ਬਾਹਰ ਨਿਕਲੇ ਤਾਂ ਕਿ ਉਹਦੀ ਸਫਾਈ ਕੀਤੀ ਜਾ ਸਕੇ। ਬਾਹਰ ਸਾਨੂੰ ਸੁਖਾਵੀਂ ਧੁੱਪ ਮਿਲੀ। ਅਸੀਂ ਹੌਸਲੇ 'ਚ ਸਾਂ। ਸਾਨੂੰ ਰਾਤ ਵਾਲੀ ਨੀਂਦ ਨੇ ਤਾਜ਼ਾ ਕਰ ਦਿੱਤਾ ਸੀ। ਦੋਸਤ ਇੱਕ ਦੂਜੇ ਨੂੰ ਮਿਲ ਮਿਲਾ ਰਹੇ ਸਨ। ਕੁਝ ਗੱਲਾਂ ਆਪਸ 'ਚ ਹੋ ਰਹੀਆਂ ਸਨ। ਅਸੀਂ ਜਿਹੜੇ ਚਲੇ ਗਏ ਸਾਂ
ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਗੱਲਾਂ ਕੀਤੀਆਂ। ਆਮ ਸੋਚ ਸੀ ਕਿ ਜੰਗ ਛੇਤੀ ਖਤਮ ਹੋ ਜਾਏਗੀ। ਦੁਪਹਿਰ ਵੇਲੇ ਉਹ ਸਾਡੇ ਲਈ ਸੂਪ ਲੈ ਕੇ ਆਏ, ਹਰ ਇੱਕ ਲਈ ਇੱਕ ਪਲੇਟ ਗਾੜਾ ਸੂਪ। ਮੈਨੂੰ ਭਾਵੇਂ ਭੁੱਖ ਨੇ ਨਿਢਾਲ ਕੀਤਾ ਸੀ, ਪਰ ਮੈਂ ਉਹਨੂੰ ਛੂਹਿਆ ਤੱਕ ਨਹੀਂ ਸੀ। ਮੈਂ ਅਜੇ ਵੀ ਇੱਕ ਵਿਗੜਿਆ ਹੋਇਆ ਬੱਚਾ ਸਾਂ ਤੇ ਹਮੇਸ਼ਾ ਰਿਹਾ। ਮੇਰੇ ਪਿਤਾ ਨੇ ਮੇਰੇ ਹਿੱਸੇ ਦਾ ਸੂਪ ਪੀ ਲਿਆ। ਅਸੀਂ ਉਸ ਬਲਾਕ ਦੀ ਛਾਂ ਵਿੱਚ ਕੁਝ ਦੇਰ ਲੰਮੇ ਪੈ ਕੇ ਸੁੱਤੇ ਰਹੇ ਸਾਂ ਤੇ ਬਲਾਕ ਦੇ ਅੰਦਰ ਗਾਰੇ ਵਿੱਚ ਉਹ ਜਰਮਨ ਅਫਸਰ ਔਸਵਿਟਜ਼ ਸੱਚਮੁੱਚ ਹੀ ਆਰਾਮ ਕਰਨ ਵਾਲੀ ਥਾਂ ਸੀ। ਦੁਪਹਿਰ ਪਿੱਛੋਂ ਸਾਨੂੰ ਕਤਾਰਾਂ 'ਚ ਖੜਾ ਕਰ ਦਿੱਤਾ ਗਿਆ। 3 ਕੈਦੀ ਇੱਕ ਮੇਜ਼ ਲੈ ਆਏ। ਉਹੀ ਔਜ਼ਾਰ ਸਨ। ਕਮੀਜ਼ ਦੀ ਖੱਬੀ ਬਾਂਹ ਉੱਤੇ ਚੜ੍ਹਾ ਕੇ ਅਸੀਂ ਵਾਰੀ-ਵਾਰੀ ਉਸ ਮੇਜ਼ ਦੇ ਅੱਗੇ ਲੰਘ ਰਹੇ ਸਾਂ। ਉਹ ਤਿੰਨੇ ਤਜਰਬੇਕਾਰ ਕੈਦੀ ਸੂਈਆਂ ਨਾਲ ਹਰ ਇੱਕ ਦੀ ਬਾਂਹ ਉੱਤੇ ਕੁਝ ਉਕਰੀ ਜਾ ਰਹੇ ਸਨ। ਮੈਂ ਨੰਬਰ A 7713 ਸਾਂ। ਇਸ ਪਿੱਛੋਂ ਮੇਰਾ ਕੋਈ ਹੋਰ ਨਾਂ ਨਹੀਂ ਸੀ। ਸ਼ਾਮ ਨੂੰ ਹਾਜ਼ਰੀ। ਕੰਮ ਕਰਨ ਵਾਲੇ ਲੋਕ ਵਾਪਸ ਆ ਰਹੇ ਸਨ। ਬੂਹੇ ਕੋਲ ਮਿਲਟਰੀ ਦਾ ਬੈਂਡ ਮਾਰਚ ਕਰਨ ਲਈ ਧੁਨਾਂ ਵਜਾ ਰਿਹਾ ਸੀ। ਹਜ਼ਾਰਾਂ ਹੀ ਕੈਦੀ ਲਾਈਨਾਂ ਬਣਾ ਕੇ ਖੜੇ ਸਨ, ਜਦਕਿ ਜਰਮਨ ਅਫਸਰ ਉਹਨਾਂ ਦੇ ਨੰਬਰ ਚੈੱਕ ਕਰ ਰਹੇ ਸਨ। ਸ਼ਾਮ ਦੀ ਹਾਜ਼ਰੀ ਤੋਂ ਪਿੱਛੋਂ ਸਾਰੇ ਬਲਾਕਾਂ ਦੇ ਕੈਦੀ ਇੱਧਰ-ਉੱਧਰ ਖਿੱਲਰ ਗਏ ਸਨ। ਉਹ ਆਪਣੇ ਰਿਸ਼ਤੇਦਾਰਾਂ ਨੂੰ ਤੇ ਗੁਆਂਢੀਆਂ ਨੂੰ ਮਿਲ ਰਹੇ ਸਨ, ਜਿਹੜੇ ਪਿਛਲੀ ਗੱਡੀ 'ਚ ਪਹੁੰਚ ਗਏ ਸਨ। ਦਿਨ ਗੁਜ਼ਰਦੇ ਰਹੇ। ਸਵੇਰੇ ਕਾਲੀ ਕੌਫੀ, ਦੁਪਹਿਰ ਵੇਲੇ ਸੂਪ। ਤੀਜੇ ਦਿਨ ਤੋਂ ਮੈਂ ਕਿਸੇ ਵੀ ਕਿਸਮ ਦਾ ਸੂਪ ਹੁੰਦਾ ਝੱਟ ਹੀ ਪੀ ਜਾਇਆ ਕਰਦਾ ਸੀ। ਸ਼ਾਮ 6 ਵਜੇ ਹਾਜ਼ਰੀ, ਫਿਰ ਖਾਣ ਲਈ ਡਬਲ ਰੋਟੀ ਤੇ ਨਾਲ ਕੁਝ ਹੋਰ। ਰਾਤ ਨੂੰ 9 ਵਜੇ ਬਿਸਤਰਾ। ਸਾਨੂੰ ਔਸਵਿਟਜ਼ ਆਇਆਂ ਨੂੰ 8 ਦਿਨ ਹੋ ਗਏ ਸਨ। ਹਾਜ਼ਰੀ ਵੇਲੇ ਅਸੀਂ ਕੁਝ ਵੀ ਨਹੀਂ ਸੀ ਸੋਚ ਰਹੇ, ਸਿਵਾਏ ਇਹਦੇ ਕਿ ਕਦੋਂ ਹਾਜ਼ਰੀ ਖਤਮ ਹੋਣ ਵਾਲੀ ਘੰਟੀ ਵੱਜੇਗੀ। ਮੈਂ ਸੁਣਿਆ ਕਿ ਕਤਾਰਾਂ ਵਿੱਚੋਂ ਹੋ ਕੇ ਕੋਈ ਪੁੱਛ ਰਿਹਾ ਸੀ, ਤੁਹਾਡੇ ਵਿੱਚੋਂ ਸਿਗੇਟ ਦੇ ਰਹਿਣ ਵਾਲਾ ਵੀਜ਼ਲ ਕੌਣ ਹੈ? ਜਿਹੜਾ ਬੰਦਾ ਸਾਨੂੰ ਲੱਭ ਰਿਹਾ ਸੀ ਉਹ ਛੋਟੇ ਕੱਦ ਵਾਲਾ ਸੀ, ਜਿਹਨੂੰ ਐਨਕਾਂ ਲੱਗੀਆਂ ਹੋਈਆਂ ਸਨ ਤੇ ਚਿਹਰੇ ਤੇ ਕੁਝ ਝੁਰੜੀਆਂ ਸਨ। ਉਹਦੇ ਚਿਹਰੇ ਤੇ ਸਿਆਣਪ ਝਲਕਦੀ ਸੀ। ਮੇਰੇ ਪਿਤਾ ਜੀ ਨੇ ਜਵਾਬ ਦਿੱਤਾ, ਮੈਂ ਸਿਗੇਟ ਤੋਂ ਹਾਂ, ਵੀਜ਼ਲ। ਉਸ ਛੋਟੇ ਕੱਦ ਵਾਲੇ ਬੰਦੇ ਨੇ ਉਹਨਾਂ ਨੂੰ ਕਾਫੀ ਚਿਰ ਤੱਕ ਦੇਖਿਆ। ਉਹ ਆਪਣੀ ਅੱਖਾਂ ਸੁੰਗੇੜ ਕੇ ਦੇਖ ਰਿਹਾ ਸੀ। ਤੁਸੀਂ ਮੈਨੂੰ ਪਛਾਣਿਆ ਨਹੀਂ? ਮੈਨੂੰ ਅਜੇ ਵੀ ਨਹੀਂ ਪਛਾਣਿਆ? ਮੈਂ ਤੁਹਾਡਾ ਰਿਸ਼ਤੇਦਾਰ ਸਟੀਨ। ਕੀ ਤੁਸੀਂ ਮੈਨੂੰ ਬਿਲਕੁਲ ਹੀ ਭੁੱਲ ਗਏ ਹੋ? ਸਟੀਨ ਐਂਟਵਰਪ ਤੋਂ। ਮੈਂ ਰੀਜ਼ਲ ਦੇ ਘਰ ਵਾਲਾ। ਤੁਹਾਡੀ ਪਤਨੀ ਰੀਜ਼ਲ ਦੀ ਆਂਟੀ ਲੱਗਦੀ ਸੀ। ਉਹ ਅਕਸਰ ਸਾਨੂੰ ਚਿੱਠੀਆਂ ਲਿਖਦੀ ਹੁੰਦੀ ਸੀ। ਮੇਰੇ ਪਿਤਾ ਜੀ ਨੇ ਉਹਨੂੰ ਪਛਾਣਿਆ ਨਹੀਂ ਸੀ। ਉਹ ਸ਼ਾਇਦ ਹੀ ਉਹਨੂੰ ਪਛਾਣਦੇ ਹੋਣਗੇ, ਕਿਉਂਕਿ ਮੇਰੇ ਪਿਤਾ ਜੀ ਯਹੂਦੀਆਂ ਦੀਆਂ ਸਮੱਸਿਆਵਾਂ 'ਚ ਰੁੱਝੇ ਰਹਿੰਦੇ ਸਨ। ਉਹਨਾਂ ਨੂੰ ਪਰਿਵਾਰ ਨਾਲ ਬਹੁਤਾ ਸਰੋਕਾਰ ਨਹੀਂ ਸੀ। ਉਹ ਹਮੇਸ਼ਾ ਘਰ ਤੋਂ ਬਾਹਰ ਰਹਿੰਦੇ ਸਨ ਜਾਂ ਆਪਣੇ ਖਿਆਲਾਂ 'ਚ ਉਲਝੇ ਰਹਿੰਦੇ ਸਨ। ਇੱਕ ਵਾਰੀ ਸਾਡੇ ਕੋਈ ਰਿਸ਼ਤੇਦਾਰ ਸਾਨੂੰ ਸਿਗੇਟ ਮਿਲਣ ਆਈ। ਉਹ ਕੋਈ 15 ਦਿਨ ਸਾਡੇ ਘਰ ਰਹੀ। ਹਰ ਰੋਜ਼ ਸਾਡੇ ਨਾਲ ਇੱਕੋ ਮੇਜ਼ ਤੇ ਬਹਿ ਕੇ ਸਾਡੇ ਨਾਲ ਖਾਣਾ ਖਾਂਦੀ ਸੀ। ਤਾਂ ਕਿਤੇ ਜਾ ਕੇ ਪਿਤਾ ਜੀ ਨੇ ਪਹਿਲੀ ਵਾਰ ਉਹਦੀ ਹੋਂਦ ਸਵੀਕਾਰੀ ਸੀ। ਨਹੀਂ, ਉਹਨਾਂ ਨੂੰ ਸਟੀਨ ਤਾਂ ਬਿਲਕੁਲ ਯਾਦ ਨਹੀਂ ਹੋਏਗਾ। ਜਿੱਥੋਂ ਤੱਕ ਮੇਰਾ ਸਵਾਲ ਸੀ, ਮੈਂ ਝੱਟ ਹੀ ਉਹਨੂੰ ਪਛਾਣ ਗਿਆ ਸੀ। ਮੈਂ ਉਹਦੀ ਪਤਨੀ ਰੀਜ਼ਲ ਨੂੰ ਉਸ ਵੇਲੇ ਤੋਂ ਜਾਣਦਾ ਸੀ, ਜਦੋਂ ਅਜੇ ਉਹ ਬੈਲਜੀਅਮ 'ਚ ਹੀ ਰਹਿੰਦੀ ਸੀ। ਉਹਨੇ ਕਿਹਾ, ਮੈਨੂੰ 1942 'ਚ ਦੇਸ਼ ਨਿਕਾਲਾ ਮਿਲ ਗਿਆ ਸੀ। ਮੈਨੂੰ ਪਤਾ ਲੱਗਿਆ ਕਿ ਕੁਝ ਲੋਕ ਤੁਹਾਡੇ ਇਲਾਕੇ ਵਿੱਚੋਂ ਆ ਪਹੁੰਚੇ ਨੇ। ਮੈਂ ਸੋਚਿਆ ਸ਼ਾਇਦ ਤੁਹਾਨੂੰ ਰੀਜ਼ਲ ਤੇ ਮੇਰੇ ਬੱਚਿਆਂ ਦੀ ਜ਼ਰੂਰ ਕੋਈ ਖਬਰ ਹੋਏਗੀ। ਉਹ ਪਿੱਛੋਂ ਐਂਟਵਰਪ ਵਿੱਚ ਰਹਿ ਗਏ ਸਨ। ਮੈਨੂੰ ਉਹਨਾਂ ਦੀ ਕੋਈ ਖਬਰ ਨਹੀਂ ਸੀ। 1940 ਤੋਂ ਪਿੱਛੋਂ ਮੇਰੀ ਮਾਂ ਨੇ ਕਦੇ ਵੀ ਉਹਨਾਂ ਨੂੰ ਚਿੱਠੀ ਨਹੀਂ ਸੀ ਲਿਖੀ। ਮੈਂ ਫਿਰ ਵੀ ਝੂਠ ਬੋਲਿਆ। ਹਾਂਜੀ, ਮੇਰੀ ਮਾਂ ਨੂੰ ਤੁਹਾਡੇ ਪਰਿਵਾਰ ਦੀ ਖਬਰ ਮਿਲੀ ਸੀ। ਰੀਜ਼ਲ ਬਿਲਕੁਲ ਠੀਕ ਠਾਕ ਹੈ ਤੇ ਬੱਚੇ ਵੀ। ਖੁਸ਼ੀ ਨਾਲ ਉਹਦੀਆਂ ਅੱਖਾਂ ਭਰ ਆਈਆਂ ਸਨ। ਉਹ ਕੁਝ ਸ਼ਾਇਦ ਹੋਰ ਸਮਾਂ ਸਾਡੇ ਕੋਲ ਰੁਕ ਜਾਂਦਾ ਤਾਂ ਕਿ ਆਪਣੇ ਪਰਿਵਾਰ ਦੀਆਂ ਹੋਰ ਗੱਲਾਂ ਕਰ ਸਕਦਾ, ਤਾਂ ਕਿ ਉਹਨੂੰ ਕੋਈ ਹੋਰ ਚੰਗੀ ਖਬਰ ਮਿਲ ਜਾਂਦੀ। ਪਰ ਇੰਨੇ 'ਚ ਇੱਕ ਜਰਮਨ ਅਫਸਰ ਆ ਗਿਆ ਤੇ ਉਹਨੂੰ ਜਾਣਾ ਪਿਆ। ਉਹ ਕਹਿ ਕੇ ਚਲਾ ਗਿਆ ਕਿ ਅਗਲੇ ਦਿਨ ਫੇਰ ਆਏਗਾ। ਘੰਟੀ ਵੱਜੀ। ਸਾਨੂੰ ਇੱਥੋਂ ਜਾਣਾ ਪੈਣਾ ਸੀ। ਅਸੀਂ ਆਪਣਾ ਸ਼ਾਮ ਦਾ ਖਾਣਾ ਲੈਣ ਚਲੇ ਗਏ। ਡਬਲ ਰੋਟੀ ਤੇ ਨਕਲੀ ਮੱਖਣ। ਮੈਨੂੰ ਬਹੁਤ ਭੁੱਖ ਲੱਗੀ ਸੀ ਤੇ ਮੈਂ ਆਪਣਾ ਸਾਰਾ ਖਾਣਾ ਉੱਥੇ ਖੜਾ ਹੀ ਖਾ ਗਿਆ। ਮੇਰੇ ਪਿਤਾ ਜੀ ਨੇ ਕਿਹਾ, ਤੈਨੂੰ ਸਾਰਾ ਖਾਣਾ ਅੱਜ ਹੀ ਨਹੀਂ ਸੀ ਖਾਣਾ ਚਾਹੀਦਾ, ਕੱਲ੍ਹ ਦਾ ਦਿਨ ਵੀ ਹੈ। ਮੈਂ ਦੇਖਿਆ ਕਿ ਉਹਨਾਂ ਦੀ ਉਹ ਨਸੀਹਤ ਕੁਝ ਦੇਰ ਕਰਕੇ ਹੀ ਆਈ ਸੀ ਤੇ ਮੇਰੇ ਖਾਣੇ ਵਿੱਚੋਂ ਹੁਣ ਕੁਝ ਵੀ ਨਹੀਂ ਸੀ ਬਚਿਆ ਰਿਹਾ। ਉਹਨਾਂ ਨੇ ਆਪਣਾ ਖਾਣਾ ਅਜੇ ਖਾਣਾ ਸ਼ੁਰੂ ਵੀ ਨਹੀਂ ਸੀ ਕੀਤਾ। ਅਸਲ 'ਚ ਮੈਨੂੰ ਅਜੇ ਵੀ ਭੁੱਖ ਨਹੀਂ ਹੈ, ਉਹਨਾਂ ਨੇ ਕਿਹਾ। ਅਸੀਂ ਔਸਵਿਟਜ਼ ਵਿੱਚ ਕੋਈ 3 ਹਫ਼ਤੇ ਰਹੇ ਸਾਂ। ਸਾਡੇ ਕੋਲ ਕੁਝ ਵੀ ਕਰਨ ਲਈ ਨਹੀਂ ਸੀ।
ਅਸੀਂ ਦੁਪਹਿਰ ਵਿੱਚ ਪਿੱਛੋਂ ਸੁੱਤੇ ਰਹਿੰਦੇ ਸਾਂ ਤੇ ਰਾਤ ਨੂੰ ਤਾਂ ਸੌਂ ਹੀ ਜਾਣਾ ਹੁੰਦਾ ਸੀ। ਇੱਕੋ ਫਿਕਰ ਸੀ ਕਿ ਇੱਥੋਂ ਕਿਧਰੇ ਹੋਰ ਨਾ ਜਾਣਾ ਪਵੇ। ਜਿੰਨਾ ਚਿਰ ਹੋ ਸਕੇ ਇੱਥੇ ਹੀ ਰਹਿਣਾ ਠੀਕ ਸੀ। ਇਹ ਕੋਈ ਔਖਾ ਕੰਮ ਨਹੀਂ ਸੀ। ਇਹ ਤਾਂ ਸਿਰਫ ਆਪਣੇ ਆਪ ਨੂੰ ਕੋਈ ਕੁਸ਼ਲ ਜਾਂ ਹੁਨਰਮੰਦ ਹੋਣ ਤੋਂ ਗੁਰੇਜ਼ ਕਰਨਾ ਸੀ। ਮਜ਼ਦੂਰਾਂ ਨੂੰ ਤਾਂ ਉੱਥੇ ਅਖੀਰ ਤੱਕ ਰੱਖਿਆ ਜਾਣਾ ਸੀ। 3 ਹਫ਼ਤਿਆਂ ਪਿੱਛੋਂ ਸਾਡੇ ਢਾਰੇ ਦੇ ਇੰਚਾਰਜ ਨੂੰ ਉੱਥੋਂ ਬਦਲ ਦਿੱਤਾ ਗਿਆ ਸੀ। ਉਸ 'ਤੇ ਸਿਰਫ ਇਹੋ ਇਲਜ਼ਾਮ ਸੀ ਕਿ ਲੋੜ ਤੋਂ ਵੱਧ ਮਨੁੱਖੀ ਵਤੀਰਾ ਰੱਖਦਾ ਸੀ। ਨਵਾਂ ਇੰਚਾਰਜ ਜਿਵੇਂ ਕੋਈ ਹਤਿਆਰਾ ਸੀ ਤੇ ਉਹਦੀ ਮਦਦ ਕਰਨ ਲਈ ਉਹਦੇ ਅਸਿਸਟੈਂਟ ਤਾਂ ਰਾਖਸ਼ ਸਨ। ਚੰਗੇ ਦਿਨ ਚਲੇ ਗਏ ਸਨ। ਅਸੀਂ ਹੁਣ ਇਸ ਗੱਲ 'ਤੇ ਹੈਰਾਨ ਸਾਂ ਕਿ ਕਿਧਰੇ ਅਗਲੀ ਚੋਣ ਵਿੱਚ ਚੁਣੇ ਨਾ ਜਾਈਏ। ਸਟੀਨ ਐਂਟਵਰਪ ਤੋਂ ਸਾਡਾ ਰਿਸ਼ਤੇਦਾਰ ਸਮੇਂ-ਸਮੇਂ ਸਾਡੇ ਕੋਲ ਆ ਜਾਇਆ ਕਰਦਾ ਸੀ। ਕਦੇ ਕਦਾਈਂ ਉਹ ਸਾਡੇ ਲਈ ਕੁਝ ਡਬਲ ਰੋਟੀ ਦੇ ਟੁਕੜੇ ਬਚਾ ਕੇ ਲੈ ਆਉਂਦਾ ਸੀ। ਆ ਲੈ ਇਲੀਜ਼ਰ, ਇਹ ਤੇਰੇ ਲਈ ਹੈ। ਹਰ ਵਾਰੀ ਜਦੋਂ ਵੀ ਆਉਂਦਾ ਸੀ ਤਾਂ ਉਹਦੀਆਂ ਅੱਖਾਂ 'ਚ ਹੰਝੂ ਵਹਿ ਤੁਰਦੇ ਸਨ। ਠੰਡ ਨਾਲ ਉਹਦੇ ਹੰਝੂ ਉਹਦੀਆਂ ਗੱਲਾਂ 'ਤੇ ਜੰਮ ਜਾਇਆ ਕਰਦੇ ਸਨ। ਉਹ ਮੇਰੇ ਪਿਤਾ ਨੂੰ ਅਕਸਰ ਕਹਿੰਦਾ, ਆਪਣੇ ਬੇਟੇ ਦਾ ਖਿਆਲ ਰੱਖਿਓ, ਇਹ ਬੜਾ ਕਮਜ਼ੋਰ ਹੋ ਗਿਆ, ਦੇਖੋ ਕਿਵੇਂ ਸੁੱਕਿਆ ਪਿਆ, ਇਹਦਾ ਚੰਗੀ ਤਰ੍ਹਾਂ ਖਿਆਲ ਰੱਖਿਓ। ਚੁਣੇ ਜਾਣ ਤੋਂ ਬਚਦੇ ਰਹੋ, ਖਾਂਦੇ ਰਹੋ, ਹਰ ਵੇਲੇ ਕੁਛ ਨਾ ਕੁਛ ਖਾਂਦੇ ਰਹੋ। ਹਰ ਚੀਜ਼ ਖਾਓ ਜੋ ਖਾ ਸਕਦੇ ਹੋ। ਕਮਜ਼ੋਰ ਲੋਕ ਬਹੁਤਾ ਚਿਰ ਇੱਥੇ ਨਹੀਂ ਕੱਟ ਸਕਦੇ। ਜਦੋਂ ਕਿ ਉਹ ਇੰਨਾ ਕਮਜ਼ੋਰ ਸੀ, ਸੁੱਕਿਆ ਪਿਆ ਸੀ, ਕਿੰਨਾ ਕਮਜ਼ੋਰ ਹੋ ਚੁੱਕਾ ਸੀ। ਇੱਕੋ ਚੀਜ਼ ਹੈ ਜਿਹਨੇ ਮੈਨੂੰ ਜਿਉਂਦਾ ਰੱਖਿਆ ਹੋਇਆ ਹੈ। ਉਹ ਕਿਹਾ ਕਰਦਾ ਸੀ ਕਿ ਰੀਜ਼ਲ ਤੇ ਬੱਚੇ ਠੀਕ ਠਾਕ ਨੇ ਤੇ ਅਜੇ ਵੀ ਜਿਉਂਦੇ ਨੇ। ਜੇ ਉਹ ਨਾ ਹੁੰਦੇ ਤਾਂ ਮੈਂ ਵੀ ਨਹੀਂ ਸੀ ਜਿਉਂਦੇ ਰਹਿਣਾ। ਇੱਕ ਦਿਨ ਉਹ ਸ਼ਾਮ ਵੇਲੇ ਆਇਆ। ਉਹਦਾ ਚਿਹਰਾ ਖਿੜਿਆ ਹੋਇਆ ਸੀ। ਇੱਕ ਗੱਡੀ ਹੁਣੇ ਐਂਟਵਰਪ ਤੋਂ ਪਹੁੰਚੀ ਹੈ, ਮੈਂ ਉਹਨਾਂ ਨੂੰ ਮਿਲਣ ਜਾਵਾਂਗਾ, ਉਹਨਾਂ ਕੋਲ ਜ਼ਰੂਰ ਕੋਈ ਖਬਰ ਹੋਏਗੀ। ਤੇ ਫਿਰ ਚਲਾ ਗਿਆ। ਅਸੀਂ ਫਿਰ ਕਦੇ ਵੀ ਉਹਨੂੰ ਨਹੀਂ ਸੀ ਦੇਖਿਆ। ਉਹਨੂੰ ਖਬਰ ਮਿਲ ਗਈ ਸੀ, ਅਸਲੀ ਖਬਰ। ਸ਼ਾਮ ਨੂੰ ਅਸੀਂ ਆਪਣੇ ਮੰਜਿਆਂ 'ਤੇ ਪਏ ਕੋਈ ਯਹੂਦੀ ਧਾਰਮਿਕ ਗੀਤ ਗਾਇਆ ਕਰਦੇ ਸੀ ਤੇ ਅਕੀਬਾ ਢੋਲ ਵਜਾਉਣ ਵਾਲਾ ਆਪਣੀ ਡੂੰਘੀ ਆਵਾਜ਼ 'ਚ ਸਾਡਾ ਦਿਲ ਤੋੜ ਦਿਆ ਕਰਦਾ ਸੀ। ਉਹਦੀ ਆਵਾਜ਼ ਹੀ ਅਜਿਹੀ ਸੀ। ਕੁਛ ਰੱਬ ਦੀਆਂ ਗੱਲਾਂ ਛੇੜ ਬਹਿੰਦੇ ਕਿ ਉਹਦੇ ਢੰਗ ਨਿਰਾਲੇ ਸਨ। ਯਹੂਦੀਆਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਤੇ ਭਵਿੱਖ ਵਿੱਚ ਉਹਨਾਂ ਦਾ ਪਾਰ ਉਤਾਰਾ ਕਿਵੇਂ ਹੋਏਗਾ। ਪਰ ਮੈਂ ਤਾਂ ਅਰਦਾਸ ਕਰਨੀ ਬੰਦ ਕਰ ਦਿੱਤੀ ਸੀ। ਇਹ ਕੰਮ ਮੈਂ ਕਿਵੇਂ ਕੀਤਾ? ਮੈਂ ਰੱਬ ਦੀ ਹੋਂਦ ਤੋਂ ਇਨਕਾਰੀ ਨਹੀਂ ਸਾਂ, ਪਰ ਮੈਨੂੰ ਇਸ ਦੇ ਸਹੀ ਇਨਸਾਫ 'ਚ ਭਰੋਸਾ ਨਹੀਂ ਸੀ ਰਿਹਾ। ਅਕੀਬਾ ਢੋਲ ਵਜਾਉਣ ਵਾਲਾ ਕਿਹਾ ਕਰਦਾ ਸੀ, ਰੱਬ ਸਾਡਾ ਇਮਤਿਹਾਨ ਲੈ ਰਿਹਾ ਹੈ। ਉਹ ਦੇਖਣਾ ਚਾਹੁੰਦਾ ਹੈ ਕਿ ਸਾਡੇ ਵਿੱਚ ਸਾਡੀ ਅੰਤਰ ਪ੍ਰੇਰਨਾ ਕਿੰਨੀ ਕੁ ਹੈ, ਕਿ ਅਸੀਂ ਸਾਡੇ ਅੰਦਰ ਬੈਠੇ ਸ਼ੈਤਾਨ ਨੂੰ ਕਦੋਂ ਮਾਰਾਂਗੇ। ਸਾਨੂੰ ਉਦਾਸ ਹੋਣ ਦਾ ਕੋਈ ਹੱਕ ਨਹੀਂ ਤੇ ਜੇ ਉਹ ਸਾਨੂੰ ਲਗਾਤਾਰ ਸਜ਼ਾ ਵੀ ਦੇਵੇ ਤਾਂ ਇਹੋ ਇੱਕ ਨਿਸ਼ਾਨੀ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ। ਮੈਂ ਹੈਰਿਸ਼ ਗੈਨਦ ਕਬਾਲਾ ਦਾ ਚੰਗੀ ਤਰ੍ਹਾਂ ਜਾਣੂ ਹਾਂ ਤੇ ਮੈਂ ਐਲਾਨ ਕਰਦਾ ਕਿ ਇਹ ਦੁਨੀਆ ਇੱਕ ਦਿਨ ਖਤਮ ਹੋ ਜਾਏਗੀ ਤੇ ਫਿਰ ਇੱਕ ਮਸੀਹਾ ਪ੍ਰਗਟ ਹੋਏਗਾ। ਕਦੇ ਕਦਾਈ ਇਹੋ ਜਿਹੀ ਗੱਲਬਾਤ ਸਮੇਂ ਮੈਨੂੰ ਖਿਆਲ ਆਉਂਦਾ ਕਿ ਮੇਰੀ ਇਸ ਵੇਲੇ ਕਿੱਥੇ ਹੋਏਗੀ ਤੇ ਸਿਪੋਰਾ, ਤੇਰੀ ਮਾਂ ਅਜੇ ਵੀ ਜਵਾਨ ਹੈ। ਇੱਕ ਵਾਰੀ ਮੇਰੇ ਪਿਤਾ ਨੇ ਕਿਹਾ ਸੀ ਉਹ ਕਿਸੇ ਮਜ਼ਦੂਰ ਕੈਂਪ 'ਚ ਹੋਏਗੀ ਤੇ ਸਿਪੋਰਾ ਤਾਂ ਹੁਣ ਤੱਕ ਵੱਡੀ ਹੋ ਗਈ ਹੋਏਗੀ, ਹੈ ਕਿ ਨਹੀਂ? ਉਹ ਵੀ ਕਿਸੇ ਕੈਂਪ 'ਚ ਹੀ ਹੋਏਗੀ। ਮੈਂ ਇਹਨਾਂ ਗੱਲਾਂ 'ਤੇ ਕਿੰਨਾ ਭਰੋਸਾ ਕਰਨਾ ਚਾਹੁੰਦਾ ਸੀ। ਅਸੀਂ ਬਹਾਨਾ ਕਰ ਰਹੇ ਸਾਂ ਕਿ ਦੂਜਾ ਇਸ ਗੱਲ 'ਤੇ ਕਿੰਨਾ ਭਰੋਸਾ ਕਰਦਾ ਹੈ। ਸਾਰੇ ਕੁਸ਼ਲ ਕਾਮੇ ਹੁਣ ਤੱਕ ਦੂਜੇ ਕੈਂਪਾਂ 'ਚ ਭੇਜੇ ਜਾ ਚੁੱਕੇ ਸਨ। ਸਾਡੇ ਵਰਗੇ ਕੋਈ 100 ਕੁ ਮਜ਼ਦੂਰ ਪਿੱਛੇ ਰਹਿ ਗਏ ਸਨ। ਅੱਜ ਤੇਰੀ ਵਾਰੀ ਹੈ। ਬਲਾਕ ਦੇ ਸੈਕਟਰੀ ਨੇ ਕਿਹਾ ਸੀ, ਤੂੰ ਅਗਲੀ ਗੱਡੀ ਵਿੱਚ ਜਾਏਗਾ। 10 ਵਜੇ ਸਾਨੂੰ ਸਾਡਾ ਖਾਣਾ ਡਬਲ ਰੋਟੀ ਦਿੱਤੀ ਗਈ। ਸਾਨੂੰ 10 ਕੁ ਜਰਮਨ ਅਫਸਰਾਂ ਨੇ ਘੇਰਿਆ ਹੋਇਆ ਸੀ। ਲੋਹੇ ਦੇ ਬੂਹੇ 'ਤੇ ਕੰਮ ਆਜ਼ਾਦੀ ਹੈ ਸਾਡੀ ਗਿਣਤੀ ਕੀਤੀ ਗਈ ਤੇ ਅਸੀਂ ਬਾਹਰ ਖੇਤਾਂ 'ਚ ਆ ਗਏ ਸਾਂ। ਸੜਕ 'ਤੇ ਚੰਗੀ ਧੁੱਪ ਸੀ। ਅਸਮਾਨ 'ਚ ਚਿੱਟੇ ਬੱਦਲ ਛਾਏ ਹੋਏ ਸਨ। ਅਸੀਂ ਹੌਲੀ-ਹੌਲੀ ਤੁਰ ਰਹੇ ਸਾਂ। ਸਾਡੇ ਰਾਖੇ ਕੋਈ ਜਲਦੀ 'ਚ ਨਹੀਂ ਸਨ। ਅਸੀਂ ਹੁਣ ਬੜੇ ਖੁਸ਼ ਸਾਂ। ਅਸੀਂ ਕਈ ਪਿੰਡਾਂ 'ਚੋਂ ਲੰਘੇ ਸਾਂ। ਕਈ ਜਰਮਨ ਲੋਕਾਂ ਨੇ ਸਾਨੂੰ ਦੇਖਿਆ ਸੀ। ਉਹਨਾਂ ਨੂੰ ਸਾਨੂੰ ਦੇਖ ਕੇ ਕੋਈ ਹੈਰਾਨੀ ਨਹੀਂ ਸੀ ਹੋਈ। ਸ਼ਾਇਦ ਉਹਨਾਂ ਨੇ ਸਾਡੇ ਵਰਗੇ ਕਈ ਜਲੂਸ ਦੇਖੇ ਹੋਣਗੇ। ਰਾਹ 'ਚ ਸਾਨੂੰ ਕਈ ਜਵਾਨ ਜਰਮਨ ਕੁੜੀਆਂ ਵੀ ਦਿਸੀਆਂ। ਸਾਡੇ ਰਾਖਿਆਂ ਨੇ ਉਹਨਾਂ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਉਹ ਹੀ ਕਰਕੇ ਖੁਸ਼ ਹੋ ਰਹੀਆਂ ਸਨ। ਉਹ ਆਪਣੇ ਆਪ ਨੂੰ ਚੁੰਮਣ ਦੇ ਰਹੀਆਂ ਸਨ ਤੇ ਛੇੜਖਾਨੀ ਕਰਨ ਨਾਲ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਉਹ ਇੱਕ ਕੁੜੀ ਨੂੰ ਦੇਖ ਕੇ ਖੁਸ਼ ਹੋ ਰਹੀਆਂ ਸਨ ਤੇ ਇੱਕ ਦੂਜੇ ਨਾਲ ਛੇੜਖਾਨੀ ਵੀ ਕਰ ਰਹੀਆਂ ਸਨ। ਘੱਟੋ ਘੱਟ ਇੰਨੇ ਸਮੇਂ ਤੱਕ ਅਸੀਂ
ਧੱਕਾ ਮੁੱਕੀ ਤੇ ਡੰਡਿਆਂ ਵਾਲੀ ਮਾਰ ਤੇ ਗਾਲਾਂ ਤੋਂ ਬਚੇ ਹੋਏ ਸਾਂ। ਸਾਨੂੰ ਰਫਲਾਂ ਦੇ ਬੱਟਾਂ ਦੀ ਮਾਰ ਵੀ ਨਹੀਂ ਸੀ ਪੈ ਰਹੀ। 4 ਘੰਟਿਆਂ ਪਿੱਛੋਂ ਅਸੀਂ ਇੱਕ ਹੋਰ ਕੈਂਪ ਬੂਨਾ ਦੇ ਬੂਹੇ ਤੇ ਪਹੁੰਚ ਗਏ ਸਾਂ। ਲੋਹੇ ਵਾਲਾ ਵੱਡਾ ਗੇਟ ਸਾਡੇ ਪਿੱਛੇ ਬੰਦ ਹੋ ਚੁੱਕਾ ਸੀ। ਕੈਂਪ ਅਜਿਹਾ ਲੱਗ ਰਿਹਾ ਸੀ ਜਿਵੇਂ ਇੱਥੇ ਕੋਈ ਮਹਾ ਬਿਮਾਰੀ ਫੈਲ ਕੇ ਹਟੀ ਹੋਵੇ, ਖਾਲੀ ਤੇ ਮੁਰਦਾ। ਕੁਝ ਕੈਦੀ ਵਾਹਵਾ ਚੰਗੇ ਕੱਪੜੇ ਪਾਈ ਬਲਾਕਾਂ ਵਿਚਕਾਰ ਇੱਧਰ ਉੱਧਰ ਤੁਰੇ ਫਿਰਦੇ ਸਨ। ਇਹ ਕੋਈ ਕਹਿਣ ਵਾਲੀ ਗੱਲ ਨਹੀਂ ਸੀ ਕਿ ਸਾਨੂੰ ਨਹਾ ਕੇ ਹੀ ਅੰਦਰ ਜਾਣਾ ਪੈਣਾ ਸੀ। ਸਾਡੇ ਕੈਂਪ ਦਾ ਮੁਖੀਆ ਸਾਨੂੰ ਉੱਥੇ ਹੀ ਮਿਲ ਪਿਆ। ਉਹ ਬੜਾ ਤਕੜਾ, ਜਵਾਨ ਤੇ ਚੌੜੇ ਮੋਢਿਆਂ ਵਾਲਾ ਬੰਦਾ ਸੀ। ਸਾਨ ਵਰਗੀ ਮੋਟੀ ਧੌਣ, ਘੁੰਗਰਾਲੇ ਵਾਲ। ਉਹ ਭਲਾ ਬੰਦਾ ਲੱਗਦਾ ਸੀ। ਉਹਦੀਆਂ ਸਲੇਟੀ ਰੰਗੀਆਂ ਨੀਲੀਆਂ ਅੱਖਾਂ ਵਿੱਚੋਂ ਕਦੇ-ਕਦੇ ਮੁਸਕਰਾਹਟ ਨਜ਼ਰੀ ਪੈ ਜਾਂਦੀ ਸੀ। ਸਾਡੇ ਜਥੇ 'ਚ ਕੁਝ 10-12 ਸਾਲਾਂ ਦੇ ਬੱਚੇ ਵੀ ਸਨ। ਉਸ ਅਫਸਰ ਨੇ ਉਹਨਾਂ ਬੱਚਿਆਂ 'ਚ ਖਾਸ ਦਿਲਚਸਪੀ ਦਿਖਾਈ। ਉਹਨੇ ਉਹਨਾਂ ਲਈ ਖਾਸ ਖਾਣਾ ਲਿਆਉਣ ਦਾ ਹੁਕਮ ਕੀਤਾ। ਜਦੋਂ ਸਾਨੂੰ ਨਵੇਂ ਕੱਪੜੇ ਮਿਲ ਗਏ ਤਾਂ ਸਾਨੂੰ 2 ਟੈਂਟਾਂ 'ਚ ਬਿਠਾ ਦਿੱਤਾ ਗਿਆ। ਸਾਨੂੰ ਇੱਥੇ ਉਡੀਕਣਾ ਪੈਣਾ ਸੀ ਕਿਉਂਕਿ ਸਾਡੀਆਂ ਕੰਮ ਕਰਨ ਵਾਲੇ ਕਾਰਖਾਨਿਆਂ ਲਈ ਲਿਸਟਾਂ ਬਣਨੀਆਂ ਸਨ। ਉਸ ਤੋਂ ਪਿੱਛੋਂ ਹੀ ਅਸੀਂ ਬਲਾਕ ਦੇ ਅੰਦਰ ਜਾ ਸਕਦੇ ਸਾਂ। ਉਸ ਸ਼ਾਮ ਅੱਡ-ਅੱਡ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਵਾਪਸ ਆ ਰਹੇ ਸਨ। ਅਸੀਂ ਆਪੋ ਆਪਣੇ ਜਾਣ ਪਛਾਣ ਵਾਲੇ ਚਿਹਰਿਆਂ ਦੀ ਭਾਲ ਕਰਨ ਲੱਗ ਪਏ ਤਾਂ ਕਿ ਅਸੀਂ ਕੋਈ ਜ਼ਰੂਰੀ ਸੂਚਨਾ ਲੈ ਸਕੀਏ, ਕਿਸੇ ਤਜਰਬੇਕਾਰ ਕੈਦੀ ਨੂੰ ਪੁੱਛ ਸਕੀਏ ਕਿ ਕਿਹੜਾ ਕਾਰਖਾਨਾ ਚੰਗਾ ਹੈ ਵਗੈਰਾ, ਜਾਂ ਸਾਨੂੰ ਕਿਹੜੇ ਬਲਾਕ 'ਚ ਜਾਣਾ ਠੀਕ ਰਹੇਗਾ। ਉਹਨਾਂ ਸਾਰਿਆਂ ਦਾ ਇੱਕੋ ਵਿਚਾਰ ਸੀ ਕਿ ਬੂਨਾ ਚੰਗਾ ਕੈਂਪ ਹੈ, ਇੱਥੇ ਅਸੀਂ ਰਹਿ ਸਕਦੇ ਸਾਂ, ਪਰ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਇੱਥੋਂ ਬਦਲ ਕੇ ਕਿਧਰੇ ਹੋਰ ਨਹੀਂ ਜਾਣਾ ਚਾਹੀਦਾ। ਜਿਵੇਂ ਇਸ ਗੱਲ ਦੀ ਚੋਣ ਕਰਨੀ ਸਾਡੇ ਵੱਸ 'ਚ ਸੀ। ਸਾਡੇ ਟੈਂਟ ਦਾ ਇੰਚਾਰਜ ਇੱਕ ਜਰਮਨ ਸੀ। ਚਿਹਰਾ ਜਿਵੇਂ ਕੋਈ ਹਥਿਆਰਾ ਹੋਵੇ, ਮੋਟੇ ਬੁੱਲ, ਹੱਥ ਜਿਵੇਂ ਕਿਸੇ ਬਘਿਆੜ ਦੇ ਪੰਜੇ ਹੋਣ। ਉਹ ਇੰਨਾ ਮੋਟਾ ਸੀ ਕਿ ਮੁਸ਼ਕਲ ਨਾਲ ਹੀ ਹਿੱਲ ਸਕਦਾ ਸੀ। ਕੈਂਪ ਦੇ ਲੀਡਰ ਵਾਂਗ ਉਹ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਜਿਉਂ ਹੀ ਅਸੀਂ ਪਹੁੰਚੇ, ਉਹ ਬੱਚਿਆਂ ਲਈ ਡਬਲ ਰੋਟੀ, ਸੂਪ ਤੇ ਨਕਲੀ ਮੱਖਣ ਲੈ ਕੇ ਆਇਆ ਸੀ। ਅਸਲ 'ਚ ਕੋਈ ਖਾਸ ਦਿਲਚਸਪੀ ਵਾਲਾ ਪਿਆਰ ਨਹੀਂ ਸੀ। ਉੱਥੇ ਆਮ ਬੱਚਿਆਂ ਨੂੰ ਮੁੰਡੇਬਾਜ਼ੀ ਲਈ ਵਰਤਿਆ ਜਾਂਦਾ ਸੀ। ਇਸ ਗੱਲ ਦਾ ਮੈਨੂੰ ਪਿੱਛੋਂ ਜਾ ਕੇ ਪਤਾ ਲੱਗਾ। ਕੈਂਪ ਦੇ ਇੰਚਾਰਜ ਨੇ ਸਾਨੂੰ ਦੱਸਿਆ, ਤੁਸੀਂ ਇੱਥੇ 3 ਦਿਨ ਕੁਆਰੰਟੀਨ ਰਹੋਗੇ, ਉਸ ਵਿੱਚੋਂ ਤੁਸੀਂ ਕੰਮ ਤੇ ਜਾਓਗੇ। ਕੱਲ ਤੁਹਾਡੀ ਡਾਕਟਰੀ ਜਾਂਚ ਹੋਏਗੀ। ਉਹਦੇ ਸਹਾਇਕਾਂ ਵਿੱਚੋਂ ਇੱਕ, ਜਿਹਦੀਆਂ ਅੱਖਾਂ ਗੁੰਡਿਆਂ ਵਰਗੀਆਂ, ਚਿਹਰਾ ਸਖਤ ਤੇਜ਼ੀ ਨਾਲ ਮੇਰੇ ਵੱਲ ਆਇਆ। ਕੀ ਤੂੰ ਕਿਸੇ ਚੰਗੇ ਕਾਰਖਾਨੇ 'ਚ ਜਾਣਾ ਚਾਹੁੰਦਾ? ਬਿਲਕੁਲ, ਪਰ ਇੱਕ ਸ਼ਰਤ ਹੈ ਕਿ ਮੈਂ ਆਪਣੇ ਪਿਤਾ ਨਾਲ ਹੀ ਰਹਿਣਾ ਚਾਹੁੰਦਾ। ਠੀਕ ਹੈ, ਉਹਨੇ ਕਿਹਾ, ਪਰ ਤੈਨੂੰ ਮੇਰਾ ਥੋੜਾ ਜਿਹਾ ਖਿਆਲ ਰੱਖਣਾ ਪਏਗਾ। ਤੂੰ ਮੈਨੂੰ ਆਪਣੇ ਬੂਟ ਦੇ ਦੇਈਂ, ਮੈਂ ਤੈਨੂੰ ਹੋਰ ਬੂਟ ਦੇ ਦੇਵਾਂਗਾ। ਮੈਂ ਉਹਨੂੰ ਆਪਣੇ ਬੂਟ ਦੇਣ ਤੋਂ ਇਨਕਾਰ ਕਰ ਦਿੱਤਾ। ਮੇਰੇ ਕੋਲ ਉਹਨਾਂ ਬੂਟਾਂ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ ਸੀ। ਮੈਂ ਤੈਨੂੰ ਡਬਲ ਰੋਟੀ ਤੇ ਨਕਲੀ ਮੱਖਣ ਦਾ ਡਬਲ ਰਾਸ਼ਨ ਦੇਵਾਂਗਾ। ਉਹ ਮੇਰੇ ਬੂਟਾਂ ਤੇ ਰੀਝ ਗਿਆ ਸੀ, ਪਰ ਉਹ ਉਹਨੂੰ ਨਹੀਂ ਸੀ ਦਿੱਤੇ। ਪਿੱਛੋਂ ਜਾ ਕੇ ਉਹ ਮੇਰੇ ਕੋਲ ਅਖੀਰ ਖੋਹ ਲਏ ਗਏ ਤੇ ਮੈਨੂੰ ਉਹਨਾਂ ਦੇ ਬਦਲੇ ਕੁਝ ਵੀ ਨਹੀਂ ਸੀ ਮਿਲਿਆ। ਡਾਕਟਰੀ ਜਾਂਚ ਸਵੇਰੇ ਹੋ ਰਹੀ ਸੀ, ਜਿੱਥੇ 3 ਡਾਕਟਰ ਇੱਕ ਬੈਂਚ ਤੇ ਬੈਠੇ ਸਨ। ਪਹਿਲੇ ਡਾਕਟਰ ਨੇ ਮੈਨੂੰ ਕੋਈ ਚੈੱਕ ਨਹੀਂ ਕੀਤਾ। ਉਹ ਸਿਰਫ ਇਹੋ ਪੁੱਛ ਕੇ ਸੰਤੁਸ਼ਟ ਹੋ ਗਿਆ, ਤੇਰੀ ਸਿਹਤ ਠੀਕ ਹੈ? ਇਸ ਤੋਂ ਉਲਟ ਕਿਸੇ ਨੇ ਕੀ ਕਹਿਣਾ ਸੀ। ਦੰਦਾਂ ਵਾਲਾ ਡਾਕਟਰ ਇਹ ਤੋਂ ਕਿਤੇ ਵੱਧ ਚੇਤੰਨ ਲੱਗਦਾ ਸੀ। ਉਹ ਸਾਨੂੰ ਮੂੰਹ ਖੋਲ੍ਹਣ ਲਈ ਕਹਿੰਦਾ। ਅਸਲ 'ਚ ਉਹ ਕਿਸੇ ਖਰਾਬ ਜਾਂ ਸੜੇ ਦੰਦ ਨਹੀਂ ਸੀ ਵੇਖ ਰਿਹਾ, ਸਗੋਂ ਤਾਂ ਕੋਈ ਸੋਨੇ ਵਾਲੇ ਦੰਦ ਦੀ ਭਾਲ 'ਚ ਸੀ। ਜਿਸ ਕਿਸੇ ਦੇ ਮੂੰਹ 'ਚ ਸੋਨੇ ਦਾ ਦੰਦ ਹੁੰਦਾ, ਉਹਦਾ ਨੰਬਰ ਲਿਸਟ 'ਚ ਜਮ੍ਹਾਂ ਕਰ ਲਿਆ ਜਾਂਦਾ। ਮੇਰੇ ਇੱਕ ਦੰਦ ਨੂੰ ਸੋਨੇ ਦਾ ਖੋਲ ਚੜਿਆ ਹੋਇਆ ਸੀ। ਪਹਿਲੇ 3 ਦਿਨ ਜਲਦੀ ਗੁਜ਼ਰ ਗਏ ਸਨ। ਚੌਥੇ ਦਿਨ ਸਵੇਰੇ ਅਸੀਂ ਟੈਂਟ ਦੇ ਨੇੜੇ ਖੜੇ ਸਾਂ। ਕਾਪੋ ਪਹੁੰਚ ਗਏ ਤਾਂ ਹਰ ਕਾਪੋ ਆਪੋ ਆਪਣੇ ਬੰਦੇ ਚੁਣਨ ਲੱਗ ਪਿਆ, ਜਿਹੜੇ ਉਹਨੂੰ ਚਾਹੀਦੇ ਸੀ। ਤੂੰ ਤੇ ਤੂੰ। ਉਹ ਉਂਗਲਾਂ ਨਾਲ ਸਾਡੇ ਵੱਲ ਇਸ਼ਾਰੇ ਕਰ ਰਹੇ ਸਨ, ਜਿਵੇਂ ਉਹ ਕੋਈ ਜਾਨਵਰ ਜਾਂ ਸਮਾਨ ਦੀ ਚੋਣ ਕਰ ਰਹੇ ਹੋਣ। ਅਸੀਂ ਸਾਡੇ ਕਾਪੋ ਦੇ ਪਿੱਛੇ ਚੱਲ ਪਏ। ਉਹ ਇੱਕ ਜਵਾਨ ਮੁੰਡਾ ਸੀ। ਉਹਨੇ ਪਹਿਲੇ ਬਲਾਕ ਦੇ ਸਾਹਮਣੇ ਸਾਨੂੰ ਰੋਕ ਦਿੱਤਾ, ਜਿਹੜਾ ਕੈਂਪ ਦੇ ਵੱਡੇ ਬੂਹੇ ਨੇੜੇ ਸੀ। ਇਹ ਸੰਗੀਤਕ ਬਲਾਕ ਸੀ, ਅੰਦਰ ਜਾਓ, ਉਹਨੇ ਸਾਨੂੰ ਹੁਕਮ ਕੀਤਾ। ਸਾਨੂੰ ਬੜੀ ਹੈਰਾਨੀ ਹੋਈ। ਅਸੀਂ ਸੰਗੀਤ ਦਾ ਕੀ ਕਰਨਾ ਸੀ? ਬੈਂਡ ਮਿਲਟਰੀ ਮਾਰਚ ਵਾਲੀ ਧੁਨ ਵਜਾ ਰਿਹਾ ਸੀ, ਜਿਹੜੀ ਹਮੇਸ਼ਾ ਵੱਜਦੀ ਸੀ। ਦਰਜਨਾਂ ਕੈਦੀ ਕਾਰਖਾਨਿਆਂ 'ਚ ਕੰਮ ਕਰਨ ਲਈ ਜਾ ਰਹੇ ਸਨ। ਉਹ ਆਪਣੀ ਕਦਮ ਚਾਲ ਧੁਨ ਨਾਲ ਮਿਲਾ ਕੇ ਚੱਲ ਰਹੇ ਸਨ। ਕਾਪੋ ਬੋਲ ਰਹੇ ਸਨ, ਲੈਫਟ ਰਾਈਟ, ਲੈਫਟ ਰਾਈਟ। ਕੁਝ ਜਰਮਨ ਅਫਸਰ ਹੱਥ 'ਚ ਕਾਗਜ਼ ਤੇ ਪੈਨ ਲੈ ਕੇ ਗਿਣਤੀ ਲਿਖ ਰਹੇ ਸਨ। ਤੇ ਜਦੋਂ ਆਖਰੀ ਗਰੁੱਪ ਵੀ ਚਲਾ ਗਿਆ ਤਾਂ ਸੰਗੀਤ ਵਾਲੇ
ਕੰਡਕਟਰ ਦੀ ਛੋਟੀ ਤੇ ਪਤਲੀ ਜਿਹੀ ਛੜੀ ਹਿਲਣੀ ਬੰਦ ਹੋ ਗਈ। ਬੈਂਡ ਵੱਜਣਾ ਬੰਦ ਹੋ ਗਿਆ ਤਾਂ ਕਾਪੂ ਉੱਚੀ ਆਵਾਜ਼ 'ਚ ਚੀਕੇ, ਪੰਜਾਂ ਵਾਲੀ ਕਤਾਰ। ਅਸੀਂ ਬਿਨਾਂ ਬੈਂਡ ਵਾਲੇ ਸੰਗੀਤ ਤੋਂ ਚੱਲਣ ਲੱਗ ਪਏ ਸਾਂ। ਅਸੀਂ ਆਪਣੇ ਕਦਮ ਚਾਲ ਸਾਵੀਂ ਰੱਖੀ। ਸਾਡੇ ਕੰਨਾਂ 'ਚੋਂ ਹੀ ਆਵਾਜ਼ ਗੂੰਜ ਰਹੀ ਸੀ, ਲੈਫਟ ਰਾਈਟ, ਲੈਫਟ ਰਾਈਟ। ਅਸੀਂ ਸਾਡੇ ਨਾਲ ਦੇ ਬੈਂਡ ਵਜਾਉਣ ਵਾਲੇ ਲੋਕਾਂ ਨਾਲ ਗੱਲਾਂ ਕਰ ਰਹੇ ਸੀ। ਅਸੀਂ 5 ਪੰਜਣਿਆਂ ਵਾਲੀਆਂ ਕਤਾਰਾਂ 'ਚ ਮਾਰਚ ਕਰ ਰਹੇ ਸਾਂ। ਉਹ ਲਗਭਗ ਸਾਰੇ ਯਹੂਦੀ ਸਨ। ਜੂਲੀ ਇੱਕ ਪੋਲੈਂਡ ਦੇ ਰਹਿਣ ਵਾਲਾ ਸੀ। ਉਹਨੇ ਚਸ਼ਮਾ ਪਾਇਆ ਹੋਇਆ ਸੀ। ਉਹਦੀ ਮੁਸਕਰਾਹਟ ਪੀਲੇ ਚਿਹਰੇ ਤੇ ਸਨਕੀ ਲੱਗ ਰਹੀ ਸੀ। ਲੂਇਸ ਬੜਾ ਨਿਪੁੰਨ ਵਾਇਲਨ ਵਜਾਉਣ ਵਾਲਾ ਹਾਲੈਂਡ ਤੋਂ ਸੀ। ਉਹਨੂੰ ਬੜੀ ਸ਼ਿਕਾਇਤ ਸੀ ਕਿ ਉਹਨੂੰ ਬੀਥੋਵਨ ਦੀਆਂ ਧੁਨਾਂ ਨਹੀਂ ਸੀ ਵਜਾਉਣ ਦਿੰਦੇ। ਯਹੂਦੀਆਂ ਨੂੰ ਜਰਮਨ ਸੰਗੀਤ ਵਜਾਉਣ ਦੀ ਮਨਾਹੀ ਸੀ। ਹਾਂਸ ਹਸਮੁਖ ਜਿਹਾ ਮੁੰਡਾ ਬਰਲਿਨ ਤੋਂ ਸੀ। ਸਾਡਾ ਇੰਚਾਰਜ ਪੋਲੈਂਡ ਤੋਂ ਸੀ। ਫਰਨੈਕ ਇੱਕ ਵਾਰਸਾ 'ਚ ਪੜ੍ਹਦਾ ਵਿਦਿਆਰਥੀ ਸੀ। ਜੂਲੀਏਕ ਨੇ ਮੈਨੂੰ ਦੱਸਿਆ, ਅਸੀਂ ਇੱਕ ਬਿਜਲੀ ਦੇ ਸਮਾਨ ਵਾਲੇ ਕਾਰਖਾਨੇ 'ਚ ਕੰਮ ਕਰਦੇ ਹਾਂ, ਇੱਥੋਂ ਨੇੜੇ ਹੀ ਹੈ। ਕੰਮ ਨਾ ਤਾਂ ਕੋਈ ਬਹੁਤ ਮੁਸ਼ਕਿਲ ਹੈ ਤੇ ਨਾ ਹੀ ਖਤਰਨਾਕ, ਪਰ ਆਈਡੈਕ ਕਾਪੋ ਤੇ ਕਦੇ-ਕਦੇ ਪਾਗਲਪਨ ਸਵਾਰ ਹੋ ਜਾਂਦਾ ਸੀ ਤਾਂ ਉਸ ਵੇਲੇ ਸਮਝਦਾਰੀ ਦੀ ਲੋੜ ਹੁੰਦੀ। ਪੁੱਤਰਾ, ਤੇਰੀ ਕਿਸਮਤ ਚੰਗੀ ਹੈ, ਹਾਂਸ ਨੇ ਮੁਸਕਰਾ ਕੇ ਕਿਹਾ। ਤੂੰ ਚੰਗੇ ਕਾਰਖਾਨੇ 'ਚ ਕੰਮ ਕਰਨ ਜਾ ਲੱਗਿਆ। 10 ਕੁ ਮਿੰਟਾਂ ਪਿੱਛੋਂ ਅਸੀਂ ਕਾਰਖਾਨੇ ਦੇ ਅੱਗੇ ਪਹੁੰਚ ਗਏ। ਇੱਕ ਜਰਮਨ ਨੌਕਰ ਜਿਹੜਾ ਨਾਗਰਿਕ ਲੱਗਦਾ ਸੀ ਤੇ ਕੋਈ ਫੋਰਮੈਨ ਲੱਗਦਾ ਸੀ, ਸਾਨੂੰ ਮਿਲਣ ਆ ਗਿਆ। ਉਹਦਾ ਧਿਆਨ ਸਾਡੇ ਵੱਲ ਸਿਰਫ ਇੰਨਾ ਕੁ ਸੀ ਜਿਵੇਂ ਉਹ ਕੋਈ ਬੰਦੇ ਬੋਦੇ ਪੁਰਾਣੇ ਕੱਪੜੇ ਖਰੀਦਣ ਆਇਆ ਹੋਵੇ। ਸਾਡੇ ਸਾਥੀ ਠੀਕ ਹੀ ਆਖਦੇ ਸਨ, ਕੰਮ ਕੋਈ ਔਖਾ ਨਹੀਂ ਸੀ। ਅਸੀਂ ਹੇਠਾਂ ਫਰਸ਼ ਤੇ ਬਹਿ ਕੇ ਬੋਲਟ ਗਿਣਨੇ ਸਨ। ਬੱਲਬ ਜਾਂ ਬਿਜਲੀ ਦਾ ਕੋਈ ਨਿੱਕਾ ਮੋਟਾ ਸਮਾਨ ਹੀ ਇਕੱਠਾ ਕਰਨਾ ਸੀ। ਕਾਪੋ ਨੇ ਸਾਨੂੰ ਸਾਡੇ ਕੰਮ ਦੀ ਬੜੀ ਗੰਭੀਰ ਜਾਣਕਾਰੀ ਦਿੱਤੀ ਤੇ ਉਹਦੀ ਮਹੱਤਤਾ ਸਮਝਾਈ ਤੇ ਕਿਹਾ ਕਿ ਜੇ ਕੋਈ ਵੀ ਕੰਮ ਵਿੱਚ ਢਿੱਲ ਵਰਤੀ ਗਈ ਤਾਂ ਉਹਦੀ ਖੈਰ ਨਹੀਂ। ਮੇਰੇ ਸਾਥੀਆਂ ਨੇ ਮੈਨੂੰ ਤਸੱਲੀ ਦਵਾਈ, ਡਰਨ ਵਾਲੀ ਕੋਈ ਗੱਲ ਨਹੀਂ, ਉਹਨੇ ਤਾਂ ਸਰਕਾਰੀ ਨੌਕਰ ਅੱਗੇ ਕੁਝ ਤਾਂ ਕਹਿਣਾ ਹੀ ਸੀ। ਉੱਥੇ ਕਈ ਪੋਲੈਂਡ ਤੋਂ ਸਰਕਾਰੀ ਨੌਕਰ ਸਨ। ਕੁਝ ਫਰਾਂਸੀਸੀ ਔਰਤਾਂ ਵੀ ਸਨ ਜਿਹੜੀਆਂ ਦੋਸਤਾਨਾ ਨਜ਼ਰ ਨਾਲ ਸੰਗੀਤ ਵਜਾਉਣ ਵਾਲੇ ਕਲਾਕਾਰਾਂ ਵੱਲ ਵੇਖ ਰਹੀਆਂ ਸਨ। ਫਰਨੈਕ ਫੋਰਮੈਨ ਨੇ ਮੈਨੂੰ ਇੱਕ ਖੂੰਜੇ 'ਚ ਕੰਮ ਦੇ ਦਿੱਤਾ। ਆਪਣੇ ਆਪ ਨੂੰ ਛੋਟਾ ਸਮਝਣ ਦੀ ਲੋੜ ਨਹੀਂ, ਪਰ ਇੱਕ ਗੱਲ ਦਾ ਧਿਆਨ ਰੱਖੀ ਕਿ ਕੋਈ ਜਰਮਨ ਅਫਸਰ ਤੈਨੂੰ ਉੱਤੋਂ ਆ ਕੇ ਨਾ ਫੜ ਲਏ। ਮੈਂ ਉਹਨੂੰ ਕਿਹਾ, ਪਲੀਜ਼, ਮੈਂ ਆਪਣੇ ਪਿਤਾ ਦੇ ਨੇੜੇ ਹੀ ਰਹਿਣਾ ਚਾਹਾਂਗਾ। ਠੀਕ ਹੈ, ਤੇਰੇ ਪਿਤਾ ਇੱਥੇ ਤੇਰੇ ਨੇੜੇ ਹੀ ਕੰਮ ਕਰੇਗਾ। ਅਸੀਂ ਖੁਸ਼ਕਿਸਮਤ ਸਾਂ। ਉੱਥੇ ਮੇਰੇ ਗਰੁੱਪ 'ਚ 2 ਮੁੰਡੇ ਹੋਰ ਸਨ, ਯੋਗੀ ਤੇ ਟਿੱਬੀ। ਦੋਵੇਂ ਭਰਾ ਸਨ। ਉਹ ਚੈਕੋਸਲੋਵਾਕੀਆ ਦੇ ਰਹਿਣ ਵਾਲੇ ਸਨ। ਉਹਨਾਂ ਦੇ ਮਾਂ-ਪਿਓ ਨੂੰ ਬਰਕਨਾਊ 'ਚ ਮਾਰ ਦਿੱਤਾ ਗਿਆ ਸੀ। ਉਹ ਇੱਕ ਦੂਜੇ ਨਾਲ ਜਿਸਮ ਤੇ ਆਤਮਾ ਵਾਂਗ ਹੀ ਜੁੜੇ ਰਹਿੰਦੇ ਸਨ। ਉਹ ਦੋਵੇਂ ਤੇ ਮੈਂ ਬੜੇ ਚੰਗੇ ਦੋਸਤ ਬਣ ਗਏ ਸਾਂ। ਉਹ ਯਹੂਦੀਆਂ ਦੀ ਸੰਸਥਾ ਨਾਲ ਜੁੜੇ ਹੋਣ ਕਰਕੇ ਉਹਨਾਂ ਨੂੰ ਕਈ ਯਹੂਦੀ ਧਾਰਮਿਕ ਸ਼ਲੋਕ ਯਾਦ ਸਨ। ਇਸ ਲਈ ਅਸੀਂ ਅਕਸਰ ਉਹ ਧੁਨਾਂ ਗੁਣਗੁਣਾਉਂਦੇ ਰਹਿੰਦੇ ਸਾਂ ਜਿਹੜੀਆਂ ਜਾਰਡਨ ਦੇ ਸ਼ਾਂਤ ਪਾਣੀਆਂ ਬਾਰੇ, ਸ਼ਾਨਦਾਰ ਪਵਿੱਤਰਤਾ ਜੈਰੂਸਲਮ ਦੀ, ਤੇ ਅਸੀਂ ਅਕਸਰ ਪੈਲੇਸਤੀਨ ਬਾਰੇ ਗੱਲਾਂ ਕਰਿਆ ਕਰਦੇ ਸਾਂ। ਉਹਨਾਂ ਦੇ ਮਾਪਿਓ ਵੀ ਸਾਡੇ ਮਾਪਿਓ ਵਾਂਗ ਹੀ ਹਿੰਮਤ ਨਹੀਂ ਸਨ ਕਰ ਸਕੇ ਕਿ ਸਮਾਂ ਰਹਿੰਦਿਆਂ ਉਹ ਕਿਧਰੇ ਹੋਰ ਜਾ ਕੇ ਵਸ ਜਾਂਦੇ। ਅਸੀਂ ਫੈਸਲਾ ਕੀਤਾ ਕਿ ਆਜ਼ਾਦੀ ਮਿਲਣ ਤੱਕ ਜੇ ਅਸੀਂ ਜਿਉਂਦੇ ਰਹੇ, ਅਸੀਂ ਯੂਰਪ 'ਚ ਇੱਕ ਦਿਨ ਵੀ ਨਹੀਂ ਰਹਾਂਗੇ। ਅਸੀਂ ਹਾਈਫਾ ਲਈ ਪਹਿਲੀ ਕਿਸ਼ਤੀ ਫੜ ਲਵਾਂਗੇ। ਅਕੀਬੇ ਡਰਮ ਵਜਾਉਣ ਵਾਲਾ, ਉਹ ਅਜੇ ਵੀ ਆਪਣੇ ਯਹੂਦੀ ਰੰਗੇ ਸੁਪਨਿਆਂ 'ਚ ਗੁੰਮ ਸੀ। ਉਹਨੇ ਬਾਈਬਲ 'ਚ ਅਜਿਹਾ ਸ਼ਲੋਕ ਲੱਭ ਲਿਆ ਸੀ ਜਿਸ ਨਾਲ ਗਿਣਤੀ ਮਿਣਤੀ ਕਰਕੇ ਉਹ ਜੰਗ ਤੋਂ ਪਿੱਛਾ ਛਡਾਉਣ ਲਈ ਕੁਝ ਹੱਲ ਹੋ ਸਕਦਾ ਸੀ। ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਹੀ ਅਸੀਂ ਸੰਗੀਤਕਾਰਾਂ ਵਾਲੇ ਬਲਾਕ ਤੋਂ ਬਾਹਰ ਆ ਗਏ ਸਾਂ। ਸਾਨੂੰ ਹੁਣ ਇੱਕ ਕੰਬਲ ਮਿਲਣਾ ਸੀ, ਇੱਕ ਧੋਣ ਵਾਲਾ ਭਾਂਡਾ ਤੇ ਸਾਬਣ ਦੀ ਇੱਕ ਟਿੱਕੀ। ਸਾਡੇ ਬਲਾਕ ਦਾ ਇੰਚਾਰਜ ਇੱਕ ਜਰਮਨ ਯਹੂਦੀ ਸੀ। ਕਿਸੇ ਯਹੂਦੀ ਦੀ ਦੇਖ ਰੇਖ 'ਚ ਰਹਿਣਾ ਠੀਕ ਸੀ। ਉਹਦਾ ਨਾਮ ਅਲਫੋਂਸ ਸੀ। ਉਂਝ ਤਾਂ ਜਵਾਨ ਸੀ, ਪਰ ਚਿਹਰਾ ਉਹਦਾ ਬਜ਼ੁਰਗਾਂ ਵਰਗਾ ਸੀ। ਉਹ ਜਿਸ ਵੱਡੇ ਸਾਰੇ ਪਤੀਲੇ 'ਚ ਸੂਪ ਬਣਾਇਆ ਜਾਂਦਾ ਸੀ ਤੇ ਉਹਦੇ ਬਲਾਕ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਜਦੋਂ ਵੀ ਮੌਕਾ ਮਿਲਦਾ ਉਹ ਬੱਚਿਆਂ ਲਈ ਸੂਪ ਬਣਾਉਂਦਾ ਤੇ ਉਹਨਾਂ ਲਈ ਵੀ ਉਹ ਸੂਪ ਬਣਾਉਂਦਾ ਜਿਹੜੇ ਕਮਜ਼ੋਰ ਸਨ ਤੇ ਜਿਹੜੇ ਆਜ਼ਾਦੀ ਦੀ ਥਾਂ ਇੱਕ ਸੂਪ ਦੀ ਪਲੇਟ ਦੀ ਉਡੀਕ ਕਰਦੇ ਰਹਿੰਦੇ ਸਨ। ਇੱਕ ਦਿਨ ਅਸੀਂ ਜਦੋਂ ਕਾਰਖਾਨੇ ਤੋਂ ਵਾਪਸ ਆਏ ਤਾਂ ਮੈਨੂੰ ਬਲਾਕ ਦੇ ਸਕੱਤਰ ਨੇ ਬੁਲਾ ਭੇਜਿਆ। ਇਹ 7713? ਹਾਂਜੀ, ਮੈਂ ਹੀ ਹਾਂ। ਖਾਣਾ ਖਾਣ ਤੋਂ ਪਿੱਛੋਂ ਤੂੰ ਦੰਦਾਂ ਵਾਲੇ ਡਾਕਟਰ ਕੋਲ ਜਾਏਂਗਾ, ਪਰ ਮੈਨੂੰ ਦੰਦ ਕੋਈ ਦਰਦ ਨਹੀਂ ਹੈ। ਖਾਣੇ ਤੋਂ ਪਿੱਛੋਂ ਜ਼ਰੂਰ। ਮੈਂ ਹਸਪਤਾਲ ਵਾਲੇ ਬਲਾਕ 'ਚ ਗਿਆ। ਉੱਥੇ ਕੋਈ 20 ਕੁ ਕੈਦੀ ਬੂਹੇ ਅੱਗੇ ਖੜੇ ਉਡੀਕ ਰਹੇ ਸਨ।
ਇਹ ਪਤਾ ਲੱਗਣ 'ਚ ਕੋਈ ਬਹੁਤੀ ਦੇਰ ਨਹੀਂ ਸੀ ਲੱਗੀ ਕਿ ਸਾਨੂੰ ਕਿਉਂ ਬੁਲਾਇਆ ਗਿਆ ਸੀ। ਸੋਨੇ ਵਾਲੇ ਦੰਦ ਕੱਢਣੇ ਸੀ। ਦੰਦਾਂ ਵਾਲਾ ਡਾਕਟਰ ਚੈਕੋਸਲੋਵਾਕੀਆ ਤੋਂ ਕੋਈ ਯਹੂਦੀ ਸੀ। ਉਹਦਾ ਚਿਹਰਾ ਕਿਸੇ ਮੌਤ ਦੇ ਨਕਾਬ ਵਰਗਾ ਸੀ। ਜਦੋਂ ਵੀ ਉਹ ਮੂੰਹ ਖੋਲਦਾ ਤਾਂ ਉਹਦੇ ਭੈੜੇ ਖਰਾਬ ਹੋ ਚੁੱਕੇ ਗੰਦੇ ਦੰਦ ਦਿਸ ਪੈਂਦੇ। ਮੈਂ ਉਹਦੇ ਸਾਹਮਣੇ ਕੁਰਸੀ ਤੇ ਬਹਿ ਕੇ ਬੜੀ ਹਲੀਮੀ ਨਾਲ ਪੁੱਛਿਆ, ਪਲੀਜ਼ ਤੁਸੀਂ ਹੁਣ ਕੀ ਕਰੋਗੇ? ਸਿਰਫ ਤੇਰਾ ਸੋਨੇ ਵਾਲਾ ਦੰਦ ਕੱਢਾਂਗਾ, ਉਹਨੇ ਰੁੱਖਾ ਜਿਹਾ ਜਵਾਬ ਦਿੱਤਾ। ਮੈਨੂੰ ਬਿਮਾਰੀ ਦਾ ਬਹਾਨਾ ਸੁਝਿਆ ਤੇ ਮੈਂ ਇਉਂ ਬਹਾਨਾ ਕੀਤਾ ਜਿਵੇਂ ਮੈਂ ਬਿਮਾਰ ਹੋਵਾਂ। ਡਾਕਟਰ ਸਾਹਿਬ, ਕੀ ਤੁਸੀਂ ਕੁਝ ਦਿਨ ਹੋਰ ਨਹੀਂ ਰੁਕ ਸਕਦੇ? ਮੇਰੀ ਤਬੀਅਤ ਠੀਕ ਨਹੀਂ, ਮੈਨੂੰ ਬੁਖਾਰ ਹੈ। ਉਹਨੇ ਮੱਥੇ ਤੇ ਤਿਉੜੀਆਂ ਪਾ ਕੇ ਇੱਕ ਪਲ ਲਈ ਸੋਚਿਆ ਤੇ ਮੇਰੀ ਨਬਜ਼ ਦੇਖਣੀ ਸ਼ੁਰੂ ਕੀਤੀ। ਠੀਕ ਹੈ ਪੁੱਤਰ, ਜਦੋਂ ਵੀ ਤੂੰ ਠੀਕ ਮਹਿਸੂਸ ਕਰੇ ਤਾਂ ਮੈਨੂੰ ਮਿਲਣ ਆਵੀਂ, ਪਰ ਉਸ ਵੇਲੇ ਤੱਕ ਨਹੀਂ ਕਿ ਮੈਨੂੰ ਤੇਰੇ ਲਈ ਸੁਨੇਹਾ ਭੇਜਣਾ ਪਵੇ। ਮੈਂ ਇੱਕ ਹਫ਼ਤੇ ਪਿੱਛੋਂ ਉਸ ਕੋਲ ਗਿਆ। ਮੇਰਾ ਉਹੀ ਪੁਰਾਣਾ ਬਹਾਨਾ ਸੀ। ਮੇਰੀ ਤਬੀਅਤ ਅਜੇ ਵੀ ਠੀਕ ਨਹੀਂ ਸੀ। ਉਹਨੇ ਕੋਈ ਹੈਰਾਨੀ ਨਹੀਂ ਸੀ ਦਿਖਾਈ। ਮੈਨੂੰ ਨਹੀਂ ਪਤਾ ਕਿ ਉਹਨੇ ਮੇਰੇ ਤੇ ਭਰੋਸਾ ਕੀਤਾ ਸੀ ਜਾਂ ਨਹੀਂ। ਉਹ ਤਾਂ ਇਸ ਕਰਕੇ ਖੁਸ਼ ਸੀ ਕਿ ਮੈਂ ਆਪਣੇ ਆਪ ਚੱਲ ਕੇ ਉਸ ਕੋਲ ਪਹੁੰਚ ਗਿਆ ਸੀ। ਜਿਵੇਂ ਮੈਂ ਵਾਅਦਾ ਕੀਤਾ ਸੀ, ਉਹਨੇ ਮੈਨੂੰ ਇੱਕ ਹੋਰ ਮੌਕਾ ਦਿੱਤਾ। ਮੇਰੇ ਇਸ ਡਾਕਟਰ ਦੇ ਜਾਣ ਤੋਂ ਕੁਝ ਦਿਨਾਂ ਪਿੱਛੋਂ ਉਹਨਾਂ ਨੇ ਦੰਦਾਂ ਵਾਲੀ ਸਰਜਰੀ ਹੀ ਬੰਦ ਕਰ ਦਿੱਤੀ ਤੇ ਉਸ ਡਾਕਟਰ ਨੂੰ ਜੇਲ੍ਹ ਹੋ ਚੁੱਕੀ ਸੀ। ਉਹਨੂੰ ਫਾਂਸੀ ਦੀ ਸਜ਼ਾ ਮਿਲਣੀ ਸੀ। ਕਿਹਾ ਜਾਂਦਾ ਸੀ ਕਿ ਉਹ ਆਪਣਾ ਪ੍ਰਾਈਵੇਟ ਅਦਾਰਾ ਚਲਾਉਂਦਾ ਸੀ ਤੇ ਸੋਨੇ ਦੇ ਦੰਦਾਂ ਦਾ ਧੰਦਾ ਕਰਦਾ ਸੀ। ਮੈਨੂੰ ਉਹ 'ਤੇ ਬਿਲਕੁਲ ਵੀ ਤਰਸ ਨਹੀਂ ਸੀ ਆ ਰਿਹਾ। ਮੈਂ ਤਾਂ ਜੋ ਕੁਝ ਵੀ ਹੋਇਆ ਸੀ ਉਹ 'ਤੇ ਖੁਸ਼ ਸੀ। ਮੇਰਾ ਸੋਨੇ ਦਾ ਦੰਦ ਬਚ ਗਿਆ ਸੀ। ਹੋ ਸਕਦਾ ਕਿਸੇ ਦਿਨ ਮੈਨੂੰ ਇਹ ਫਾਇਦਾ ਕਰੇਗਾ ਕਿ ਮੈਂ ਇਹਦੇ ਬਦਲੇ ਕਦੇ ਡਬਲ ਰੋਟੀ ਲੈ ਸਕਾਂਗਾ ਤੇ ਸ਼ਾਇਦ ਕਦੇ ਜਾਨ ਵੀ ਬਚ ਜਾਏ। ਮੈਨੂੰ ਹੁਣ ਮੇਰੀ ਰੋਜ਼ ਦੀ ਇੱਕ ਪਲੇਟ ਖਾਣੇ ਤੋਂ ਬਿਨਾਂ ਹੋਰ ਕੋਈ ਦਿਲਚਸਪੀ ਨਹੀਂ ਸੀ ਰਹੀ। ਡਬਲ ਰੋਟੀ ਤੇ ਸੂਪ, ਇਹ ਦੋਵੇਂ ਮੇਰੀ ਪੂਰੀ ਜ਼ਿੰਦਗੀ ਸੀ। ਮੈਂ ਇੱਕ ਸਰੀਰ ਸੀ, ਸ਼ਾਇਦ ਹੁਣ ਤੋਂ ਘੱਟ ਭੁੱਖਾ ਢਿੱਡ, ਸਿਰਫ ਢਿੱਡ ਹੀ ਹੁਣ ਸਮੇਂ ਬਾਰੇ ਜਾਗਰੂਕ ਸੀ। ਧੰਨਵਾਦ।